ਹਾਂਜੀ, ਤੋ ਕੱਲ ਜੋ ਆਪਾਂ ਟੌਪਿਕ ਕਰ ਰਹੇ ਸੀ ਉਹ ਸੀ ਆਪਣਾ ਜਦੋਂ ਆਪਾਂ ਗੌਸ ਲਾਅ ਨੂੰ ਯੂਜ਼ ਕਰਦੇ ਹਾਂ, ਠੀਕ ਹੈ। ਤੇ ਆਪਣੇ ਕੋਲ ਕੀ ਚੀਜ਼ ਹੈ ਕਿ ਵੀ ਵਰ ਹੈਵਿੰਗ ਏ ਪਲੇਨ ਸ਼ੀਟ ਆਫ ਚਾਰਜ। ਉਹਦੇ ਤੋਂ ਕੁਝ ਡਿਸਟੈਂਸ ਤੇ ਆਪਣਾ ਇੱਕ ਪੁਆਇੰਟ ਆਫ ਆਬਜ਼ਰਵੇਸ਼ਨ ਸੀ ਔਰ ਉਸ ਪੁਆਇੰਟ ਤੇ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕਰ ਰਹੇ ਸੀ। ਇਹ ਆਪਾਂ ਕੱਲ ਟੌਪਿਕ ਕੀਤਾ ਸੀ, ਹੈ ਨਾ। ਸਭ ਨੇ ਕਰ ਲਿਆ ਨਹੀਂ ਵਾਲਾ? ਓਕੇ, ਓਕੇ, ਗੁੱਡ ਹੈ, ਗੁੱਡ ਹੈ। ਚਲੋ ਆਪਾਂ ਇਹਦੇ ਨਾਲ ਹੀ ਇੱਕ ਹੋਰ ਟੌਪਿਕ ਹੈ ਜਿਹੜਾ ਇਹਦੇ ਨਾਲ ਰਿਲੇਟਿਡ ਹੈ, ਆਪਾਂ ਜੋ ਵਾਲਾ ਟੌਪਿਕ ਕਰਦੇ ਹਾਂ। ਇਹ ਵਾਲਾ ਆਪਾਂ ਕੱਲ ਕੀਤਾ ਸੀ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਏ ਪਲੇਨ ਸ਼ੀਟ ਆਫ ਚਾਰਜ। ਠੀਕ ਹੈ, ਵੀ ਆਪਣੇ ਕੋਲ ਇੱਕ ਸ਼ੀਟ ਸੀ, ਤਾਂ ਆਪਾਂ ਕੁਝ ਪੁਆਇੰਟ ਤੇ ਕੁਝ ਡਿਸਟੈਂਸ ਤੇ ਇੱਕ ਪੁਆਇੰਟ ਸੀਗਾ, ਉਸ ਪੁਆਇੰਟ ਦੇ ਉੱਪਰ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕਰ ਰਹੇ ਸੀ। ਔਰ ਉਹ ਇਲੈਕਟ੍ਰਿਕ ਫੀਲਡ ਸਾਡੇ ਕੋਲ ਜਿਹੜੀ ਲਾਸਟ ਤੇ ਅਸੀਂ ਕੈਲਕੂਲੇਸ਼ਨ ਕੀਤਾ ਸੀ, ਤਾਂ ਇਲੈਕਟ੍ਰਿਕ ਫੀਲਡ ਜੋ ਸਾਡੇ ਕੋਲ ਆ ਰਹੀ ਸੀ ਦੈਟ ਵਾਜ਼ ਸਿਗਮਾ ਬਾਈ 2 ਐਪਸਾਈਲਨ ਨੋਟ। ਠੀਕ ਹੈ ਜੀ, ਓਕੇ। ਕੱਲ ਵਾਲਾ ਰਿਜ਼ਲਟ ਇਹ ਵਾਲਾ ਸਕਰੀਨ ਦੇ ਉੱਪਰ ਆ ਰਿਹਾ ਨਾ ਸਭ ਦੇ? ਠੀਕ, ਠੀਕ ਹੈ। ਤੇ ਇਹ ਆਪਣਾ ਜਸਟ ਇਟ ਮਿੰਟ। ਤਾਂ ਇਹ ਸਕਰੀਨ ਦੇ ਉੱਪਰ ਜੋ ਤੁਹਾਨੂੰ ਹੁਣ ਦਿਖਾਈ ਦੇ ਰਿਹਾ ਇਹ ਵਾਲਾ ਟੌਪਿਕ ਸੀ ਆਪਣਾ, ਔਰ ਜਿਹੜਾ ਆਪਾਂ ਰਿਜ਼ਲਟ ਆਪਾਂ ਫਾਈਂਡ ਕੀਤਾ ਸੀ ਕਿ E ਇਜ਼ ਇਕੁਅਲ ਟੂ ਸਿਗਮਾ ਬਾਈ 2 ਐਪਸਾਈਲਨ। ਦਿਸ ਵਾਜ਼ ਆਵਰ ਰਿਜ਼ਲਟ। ਇਹ ਆਪਾਂ ਕੀ ਫਾਈਂਡ ਕੀਤਾ ਹੈ? ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਏ ਪਲੇਨ ਸ਼ੀਟ ਆਫ ਚਾਰਜ। ਵੀ ਆਪਣੇ ਕੋਲ ਜੇ ਪਲੇਨ ਸ਼ੀਟ ਆਫ ਚਾਰਜ ਇੱਦਾਂ ਦੀ ਮੰਨ ਲਓ ਸ਼ੀਟ ਹੈ, ਇਸ ਪੂਰੀ ਸ਼ੀਟ ਦੇ ਉੱਪਰ ਸਾਡਾ ਕੀ ਸੀਗਾ? ਚਾਰਜ ਡਿਸਟਰੀਬਿਊਟਡ ਸੀਗਾ, ਤੇ ਇਹਦੇ ਤੋਂ ਕੁਝ ਡਿਸਟੈਂਸ ਤੇ ਇੱਕ ਪੁਆਇੰਟ ਸੀਗਾ। ਇਸ ਪੁਆਇੰਟ ਦੇ ਉੱਪਰ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕਰ ਰਹੇ ਸੀ ਵੀ ਇੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਹੈ। ਤਾਂ ਉਹ ਵੈਲਿਊ ਸਾਡੇ ਕੋਲ ਕਿੰਨੀ ਆ ਗਈ ਸੀ? ਆਹ ਵਾਲੀ ਵੈਲਿਊ ਆਉਂਦੀ ਹੈ ਵੀ ਸਿਗਮਾ ਬਾਈ 2 ਐਪਸਾਈਲਨ। ਫਿਰ ਵਾਟ ਇਜ਼ ਸਿਗਮਾ? ਸਿਗਮਾ ਕੀ ਸੀ ਸਿਗਮਾ ਐਸ ਸ਼ੀਟ ਦਾ ਸਿਗਮਾ ਕੀ ਸੀਗਾ? ਦੈਟ ਵਾਜ਼ ਸਰਫੇਸ ਚਾਰਜ ਡੈਂਸਿਟੀ। ਠੀਕ ਹੈ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਸਿਗਮਾ ਇਜ਼ ਇਕੁਅਲ ਟੂ ਆ ਸਿਗਮਾ ਦੈਟ ਇਜ਼ ਇਕੁਅਲ ਟੂ ਕਿਊ ਬਾਈ ਜਿੰਨਾ ਹੁੰਦਾ ਆਪਣੇ ਕੋਲ ਏਰੀਆ। ਕਿਉਂ ਕੀ ਹੈ? ਜਿੰਨਾ ਚਾਰਜ ਹੈ, ਮਤਲਬ ਆਪਾਂ ਇਹਨੂੰ ਲਿਖਾਂਗੇ ਚਾਰਜ ਡਿਵਾਈਡ ਬਾਈ ਏਰੀਆ। ਜੇ ਆਪਾਂ ਏਰੀਆ ds ਲੈ ਰਹੇ ਹਾਂ ਤਾਂ ਚਾਰਜ ਕਿਊ ਲੈ ਰਹੇ ਹਾਂ ਤੇ ਕਿਊ ਬਾਈ ds ਲਿਖ ਦਿਆਂਗੇ। ਜੇ ਏਰੀਆ ਕੁਝ ਹੋਰ ਲੈ ਰਹੇ ਹਾਂ ਕਿਸੇ ਕੇਸ ਤਾਂ ਆਪਾਂ ਉਹ ਲਿਖ ਦਿਆਂਗੇ। ਮਤਲਬ ਬੇਸਿਕਲੀ ਇਹ ਆਪਣੇ ਕੋਲ ਸਰਫੇਸ ਚਾਰਜ ਡੈਂਸਿਟੀ ਹੈ ਸਿਗਮਾ। ਠੀਕ ਹੈ, ਤਾਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਉਹ ਆਪਾਂ ਕੈਲਕੂਲੇਟ ਕਰਤੀ ਹੈ ਵੀ ਕਿੰਨੀ ਹੁੰਦੀ ਹੈ। ਇਲੈਕਟ੍ਰਿਕ ਫੀਲਡ ਦੀ ਵੈਲਿਊ ਜਿਹੜੀ ਆਊਗੀ ਉਹ ਕਿੰਨੀ ਆਊਗੀ? ਸਿਗਮਾ ਬਾਈ 2 ਐਪਸਾਈਲਨ ਨੋਟ। ਦਿਸ ਇਜ਼ ਦਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਏ ਪੁਆਇੰਟ ਐਟ ਐਨੀ ਡਿਸਟੈਂਸ, ਕਿਉਂਕਿ ਇਹਦੇ 'ਚ ਹੁਣ ਡਿਸਟੈਂਸ ਦਾ ਕਨਸੈਪਟ ਨਹੀਂ ਹੈਗਾ। ਕਿੰਨੇ ਵੀ ਡਿਸਟੈਂਸ ਤੇ ਹੋਈਏ ਅਸੀਂ, ਪਲੇਨ ਸ਼ੀਟ ਆਫ ਚਾਰਜ ਹੋਵੇ ਤੇ ਉਹਦੇ ਤੋਂ ਕਿੰਨੇ ਵੀ ਡਿਸਟੈਂਸ ਤੇ ਹੋ ਤਾਂ ਇਲੈਕਟ੍ਰਿਕ ਫੀਲਡ ਸੇਮ ਐਨੀ ਹੀ ਲੱਗੂਗੀ। ਠੀਕ ਹੈ, ਸਿਗਮਾ ਬਾਈ 2 ਐਪਸਾਈਲਨ ਨੋਟ, ਕਿਉਂਕਿ ਇਹਦੇ 'ਚ ਆਰ ਜਾਂ ਡਿਸਟੈਂਸ ਕਿਤੇ ਨਹੀਂ ਆਉਂਦਾ ਪਿਆ, ਇਸ ਲਈ ਇੰਡੀਪੈਂਡੈਂਟ ਆਫ ਡਿਸਟੈਂਸ ਹੈ। ਆਪਾਂ ਕੱਲ ਵੀ ਗੱਲ ਕੀਤੀ ਸੀ। ਠੀਕ ਹੈ, ਹੁਣ ਆਪਣੇ ਕੋਲ ਜਿਹੜਾ ਨੈਕਸਟ ਟੌਪਿਕ ਹੈ ਉਹ ਸਿਮਿਲਰ ਹੈ। ਬੇਟਾ ਮਾਈਕ ਆਫ ਕਰਿਓ, ਕਿਸੇ ਦਾ ਔਨ ਹੈ। ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ 2 ਪੈਰਲਲ ਸ਼ੀਟਸ ਆਫ ਚਾਰਜ। ਠੀਕ ਹੈ, ਦਿਸ ਇਜ਼ ਅਵਰ ਟੌਪਿਕ ਵੀ ਹੁਣ ਆਪਣੇ ਕੋਲ 2 ਪੈਰਲਲ ਸ਼ੀਟਸ ਆਫ ਚਾਰਜ ਹੈ। 2 ਪੈਰਲਲ ਸ਼ੀਟਸ ਹੈ, ਮਤਲਬ ਇੱਕ ਆਹ ਵਾਲੀ ਸ਼ੀਟ ਹੈ ਸਾਡੇ ਕੋਲ। ਠੀਕ ਹੈ, ਦਿਸ ਇਜ਼ ਯੋਰ ਫਸਟ ਸ਼ੀਟ, ਦਿਸ ਇਜ਼ ਯੋਰ ਸੈਕਿੰਡ ਸ਼ੀਟ। 2 ਸ਼ੀਟਸ ਹੈ ਸਾਡੇ ਕੋਲ। 2 ਸ਼ੀਟਸ ਹੈ, ਦੋਨਾਂ ਦੇ ਉੱਪਰ ਚਾਰਜ ਹੈ। ਦੋਨਾਂ ਦਾ ਏਰੀਆ ਡਿਫਰੈਂਸ ਹੋ ਸਕਦਾ ਹੈ, ਏਰੀਆ ਡਿਫਰੈਂਟ ਹੋਵੇ ਜਾਂ ਚਾਰਜ ਦੀ ਅਮਾਊਂਟ ਡਿਫਰੈਂਟ ਹੋਵੇ। ਮਤਲਬ ਆਪਾਂ ਕਹਾਂਗੇ ਜਿਹੜਾ ਸਿਗਮਾ ਦੀ ਵੈਲਿਊ ਹੈ ਨਾ, ਸਿਗਮਾ ਕੀ ਸੀਗਾ ਹੁਣੇ ਆਪਾਂ ਗੱਲ ਕੀਤੀ ਸੀ ਵਾਟ ਵਾਜ਼ ਸਿਗਮਾ? ਸਿਗਮਾ ਵਾਜ਼ ਚਾਰਜ ਡੈਂਸਿਟੀ, ਮਤਲਬ ਕਿੰਨਾ ਚਾਰਜ ਹੈ ਡਿਵਾਈਡ ਬਾਈ ਕਿੰਨੇ ਏਰੀਏ ਤੇ ਹੈ, ਤੇ ਇਹ ਸਰਫੇਸ ਚਾਰਜ ਡੈਂਸਿਟੀ ਸੀ ਸਿਗਮਾ। ਤਾਂ ਜਿਹੜੀ ਪਹਿਲੀ ਸ਼ੀਟ ਹੈ ਉਹਦਾ ਆਪਾਂ ਸਿਗਮਾ 1 ਲੈ ਲਿਆ, ਉਹਦੀ ਵੈਲਿਊ ਜਿਹੜਾ ਇਹਦਾ ਸਰਫੇਸ ਚਾਰਜ ਡੈਂਸਿਟੀ ਹੈ ਉਹਦੀ ਵੈਲਿਊ ਆਪਣੀ ਕੋਲ ਕੀ ਹੈ? ਸਿਗਮਾ 1। ਠੀਕ ਹੈ, ਤੇ ਜਿਹੜੀ ਦੂਸਰੀ ਸ਼ੀਟ ਹੈ ਕਿਉਂਕਿ ਉਹਦੇ ਤੇ ਚਾਰਜ ਤੇ ਏਰੀਆ ਦਾ ਫਰਕ ਹੋ ਸਕਦਾ ਹੈ ਤਾਂ ਸਿਗਮਾ ਦੀ ਵੈਲਿਊ ਦਾ ਵੀ ਫਰਕ ਆਊਗਾ, ਇਸ ਲਈ ਆਪਾਂ ਉਹਨੂੰ ਸਿਗਮਾ 2 ਲੈ ਲਿਆ। ਦੋਨਾਂ ਨੂੰ ਆਪਾਂ ਅਲੱਗ-ਅਲੱਗ ਕੰਸੀਡਰ ਕਰ ਰਹੇ ਹਾਂ। ਇਹ ਸੇਮ ਵੀ ਹੋ ਸਕਦਾ ਹੈ। ਹਾਂਜੀ,
ਬਾਕੀਆਂ ਨੂੰ ਹੋ ਰਹੀ ਹੈ ਬੱਚਾ? ਬੇਟਾ ਤੁਸੀਂ ਐਂ ਕਰੋ, ਇੱਕ ਵਾਰੀ ਇਹਨੂੰ ਲੀਵ ਕਰਕੇ ਨਾ ਦੁਬਾਰਾ ਜੁਆਇਨ ਕਰਕੇ ਦੇਖ ਲਓ। ਠੀਕ ਹੈ, ਫਿਰ ਟਰਾਈ ਕਰ ਲਓ। ਹਾਂਜੀ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਆਪਾਂ ਫਾਈਂਡ ਕਰਨੀ ਸੀ। ਆਪਣੇ ਕੋਲ ਟੂ ਸ਼ੀਟਸ ਆਫ ਚਾਰਜ ਹੈਗੀਆਂ, ਜਿਹੜੀਆਂ ਦੋ ਸ਼ੀਟਸ ਹੈ। ਪਹਿਲੀ ਸ਼ੀਟ ਨੂੰ ਮੰਨ ਲਓ ਆਪਾਂ ਸ਼ੀਟ ਨੰਬਰ 1, ਦੂਜੀ ਸ਼ੀਟ ਨੂੰ ਆਪਾਂ ਸ਼ੀਟ ਨੰਬਰ 2। ਤੇ ਦੋਨਾਂ ਵਿੱਚ ਫਰਕ ਕਿਸ ਗੱਲ ਦਾ ਹੈ? ਉਹਨਾਂ ਦੀ ਸਰਫੇਸ ਚਾਰਜ ਡੈਂਸਿਟੀ ਦਾ ਡਿਫਰੈਂਸ ਹੈ। ਪਹਿਲੀ ਸ਼ੀਟ ਦਾ ਜਿਹੜਾ ਸਰਫੇਸ ਚਾਰਜ ਡੈਂਸਿਟੀ ਉਹ ਆਪਾਂ ਕਿੰਨੀ ਲੈ ਲਈ? ਸਿਗਮਾ 1 ਕੰਸੀਡਰ ਕਰ ਲਈ, ਇਹ ਵਾਲਾ। ਤੇ ਦੂਜੀ ਸ਼ੀਟ ਦਾ ਆਪਾਂ ਸਰਫੇਸ ਚਾਰਜ ਡੈਂਸਿਟੀ ਨੂੰ ਸਿਗਮਾ 2 ਲੈ ਲਿਆ, ਇਹ ਵਾਲਾ। ਕਲੀਅਰ ਹੋ ਗਿਆ? ਹੁਣ ਹੁਣ ਆਪਣੇ ਕੋਲ ਆਪਾਂ ਇਹ ਦੋਨੋਂ ਸ਼ੀਟਸ ਪੈਰਲਲ ਪਈਆਂ ਇੱਕ ਦੂਜੇ ਦੇ। ਪੈਰਲਲ ਦਾ ਮਤਲਬ ਸਮਝ ਗਏ ਵੀ ਇੱਕ ਦੂਜੇ ਦੇ ਬਰਾਬਰ, ਸਾਹਮਣੇ ਸਾਹਮਣੇ, ਪੈਰਲਲ। ਤਾਂ ਇਹਨਾਂ ਸ਼ੀਟਸ ਵਿੱਚ ਆਪਣੇ ਕੋਲ ਤਿੰਨ ਏਰੀਆਜ਼, ਤਿੰਨ ਰੀਜਨਸ ਬਣ ਗਏ। ਵਨ ਇਜ਼ ਦਿਸ ਪਾਰਟ। ਇਹਨੂੰ ਮੈਂ ਅਲੱਗ ਤੋਂ ਤੁਹਾਨੂੰ ਡਰਾ ਕਰਕੇ ਦਿਖਾਣਾ ਵਿਦ ਸਪੋਜ਼ ਰੈੱਡ ਕਲਰ। ਇੱਕ ਆਹ ਵਾਲੀ ਆਪਣੀ ਸ਼ੀਟ ਹੈ, ਇੱਕ ਆਹ ਵਾਲੀ ਸ਼ੀਟ ਹੈ, ਠੀਕ ਹੈ, 1 ਨੰਬਰ 2 ਨੰਬਰ। ਤੇ ਉਹਦੇ ਲੈਫਟ ਸਾਈਡ ਤੇ, ਦੋਨਾਂ ਦੇ ਲੈਫਟ ਸਾਈਡ ਤੇ ਆਹ ਜਿਹੜੀ ਜਗ੍ਹਾ ਪਈ ਹੈ ਸਾਰੀ, ਠੀਕ ਹੈ, ਦਿਸ ਹੋਲ ਪੋਰਸ਼ਨ, ਦਿਸ ਇਜ਼ ਅਵਰ ਰੀਜਨ ਨੰਬਰ 1, ਸੋਰੀ ਰੀਜਨ ਏ। ਇਹ ਏ ਪੋਰਸ਼ਨ ਹੈ। ਬੇਟਾ ਹੁਣ ਕਿਉਂ ਨਹੀਂ ਹੋ ਰਹੀ? ਉਹਨੇ ਤਾਂ ਦੇਖੋ, ਤੁਸੀਂ ਚੈੱਕ ਕਰੋ, ਕਿਉਂਕਿ ਮੇਰੇ ਕੋਲ ਤਾਂ ਸਹੀ ਚੱਲੀ ਜਾਂਦਾ ਹੈ, ਬਾਕੀ ਸਾਰਿਆਂ ਨੂੰ ਐਗਜ਼ੈਕਟਲੀ ਸ਼ੋ ਹੋ ਰਿਹਾ ਹੈ। ਕੋਈ ਨੈਟ ਨੁੱਟ ਦੀ ਪ੍ਰੋਬਲਮ ਤਾਂ ਨਹੀਂ? ਨੈਟ ਪ੍ਰੋਬਲਮ ਤਾਂ ਨਹੀਂ? ਕਿਤੇ ਕਿਤੇ ਨੈਟ ਪ੍ਰੋਬਲਮ ਹੁੰਦੀ ਹੈ ਤਾਂ ਵੀ ਨਹੀਂ ਹੋ ਸਕਦਾ ਨਾ ਹੁੰਦਾ ਹੋਵੇ। ਚਲੋ ਕੋਈ ਨਹੀਂ, ਜੇ ਕੋਈ ਟੈਕਨੀਕਲ ਇਸ਼ੂ ਹੈ ਤਾਂ ਤੁਸੀਂ ਥੋੜਾ ਜਿਹਾ ਸਮਝ ਲਓ। ਤੁਹਾਡੇ ਕੋਲ ਨੋਟਸ ਨੋਟਸ ਦਿਖ ਰਹੇ ਹੈ, ਜਿਹੜਾ ਆਪਾਂ ਸਟੱਡੀ ਮਟੀਰੀਅਲ ਵਾਲਾ, ਉੱਥੇ ਨੋਟਸ ਨੂੰ ਖੋਲ੍ਹਾ, ਉੱਥੇ ਜਿਹੜਾ ਪੈਰਲਲ ਸ਼ੀਟਸ ਵਾਲਾ ਆਪਣਾ ਕਨਸੈਪਟ ਹੈਗਾ, ਆਪਾਂ ਉਹਨੂੰ ਡਿਸਕਸ ਕਰ ਰਹੇ ਹਾਂ। ਇਹ ਬਾਅਦ ਵਿੱਚ ਤੁਸੀਂ ਵੀਡੀਓ ਵਾਲੇ ਲੈਸਨ 'ਚ ਉੱਥੇ ਜਾ ਕੇ ਵੀ ਦੇਖ ਸਕਦੇ ਹੋ। ਠੀਕ ਹੈ, ਓਕੇ ਹੋ ਗਿਆ? ਠੀਕ ਹੈ ਰਾਜੇ? ਚਲੋ ਹੁਣ ਇਹ ਵਾਲਾ ਰੀਜ਼ਨ ਇਹ ਹੋ ਗਿਆ ਬੇਟਾ। ਇੱਕ ਆਪਣੇ ਕੋਲ ਕੀ ਹੈ ਵੀ ਇਹਨਾਂ ਦੋਨਾਂ ਸ਼ੀਟਸ, ਆ ਜਿਵੇਂ ਸ਼ੀਟ ਨੰਬਰ 1 ਹੈ, ਸ਼ੀਟ ਨੰਬਰ 2 ਹੈ, ਇਹਨਾਂ ਦੋਨਾਂ ਦੇ ਬਿਲਕੁਲ ਰਾਈਟ ਸਾਈਡ ਵਾਲਾ ਆਹ ਵਾਲੀ ਸਾਰੀ ਜਗ੍ਹਾ, ਇਹ ਸਾਰੀ ਜਗ੍ਹਾ ਰਾਈਟ ਸਾਈਡ ਤੇ, ਇਹਨੂੰ ਆਪਾਂ ਲਿਖਦੇ ਪਏ ਆ ਰੀਜਨ ਸੀ। ਤੇ ਇੱਕ ਜਗ੍ਹਾ ਇਹਨਾਂ ਦੇ ਦੋਨਾਂ ਦੇ ਵਿਚਕਾਰ ਹੈ ਆਹ ਵਾਲੀ, ਮਤਲਬ ਐਸ਼ ਸ਼ੀਟ ਤੇ ਐਸ਼ ਸ਼ੀਟ ਦੇ ਵਿਚਕਾਰ ਵਾਲੀ ਜਗ੍ਹਾ, ਆਹ ਵਾਲੀ ਸਾਰੀ ਜਗ੍ਹਾ, ਇਹਨੂੰ ਆਪਾਂ ਕੀ ਲਿਖਦੇ ਪਏ ਆ? ਵੀ ਆਰ ਕਾਲਿੰਗ ਇਟ ਰੀਜਨ ਬੀ। ਤਿੰਨ ਆਪਣੇ ਕੋਲ ਏਰੀਆਜ਼ ਜਾਂ ਤਿੰਨ ਆਪਾਂ ਕਹਿ ਸਕਦੇ ਰੀਜਨਸ ਹੋ ਗਏ। ਵਨ ਇਜ਼ ਰੀਜਨ ਏ, ਜਿਹੜਾ ਬਿਲਕੁਲ ਲੈਫਟ ਸਾਈਡ ਤੇ ਹੈ ਦੋਨੋਂ ਸ਼ੀਟਸ ਤੋਂ। ਇੱਕ ਆਪਣਾ ਸੀ ਪੋਰਸ਼ਨ ਹੈ ਜਿਹੜਾ ਬਿਲਕੁਲ ਰਾਈਟ ਸਾਈਡ ਤੇ ਹੈ, ਤੇ ਇੱਕ ਵਿਚਾਲੇ ਵਾਲੀ ਜਗ੍ਹਾ ਹੈ ਪਹਿਲੀ ਸ਼ੀਟ ਤੇ ਦੂਜੀ ਸ਼ੀਟ ਦੇ ਵਿਚਕਾਰ, ਜਿਹਨੂੰ ਆਪਾਂ ਕੀ ਬੋਲ ਰਹੇ ਹਾਂ? ਰੀਜਨ ਬੀ। ਠੀਕ ਹੈ, ਇੱਥੋਂ ਤੱਕ ਓਕੇ? ਬੋਲੋ। ਠੀਕ ਹੈ, ਤੇ ਹੁਣ ਅੱਗੇ ਆਪਾਂ ਹੁਣ ਕਰਨਾ ਕੀ ਹੈ? ਆਪਾਂ ਫਾਈਂਡ ਆਊਟ ਕਰਨਾ ਹੈ ਵੀ ਇਹਨਾਂ ਜਗ੍ਹਾ ਦੇ ਵਿੱਚ, ਜਿਹੜੀ ਆਪਾਂ ਆਹ ਜਗ੍ਹਾ ਲਈ ਹੈ ਤਿੰਨੋਂ, ਇੱਥੇ ਹੁਣ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਿੰਨੀ ਕਿੰਨੀ ਹੈ, ਕਿੰਦੇ ਕਰਕੇ? ਟੋਟਲ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੋਨਾਂ ਸ਼ੀਟਸ ਕਰਕੇ। ਸਮਝ ਗਏ ਗੱਲ? ਦੋਨੋਂ ਸ਼ੀਟਸ ਕਰਕੇ। ਹੁਣ ਦੇਖੋ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਤੁਸੀਂ ਪਹਿਲੇ ਆ ਲਓਗੇ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਟੁਆਰਡਸ, ਇਹ ਆਪਣਾ ਇੱਕ ਬੇਸਿਕ ਕਨਸੈਪਟ ਹੈ ਵੀ ਜਦੋਂ ਮੰਨ ਲਓ ਕੋਈ ਇੱਕ ਸ਼ੀਟ ਦਿੱਤੀ ਹੈ, ਉਹਦੇ ਤੋਂ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਲੈਣੀ ਹੈ ਰਾਈਟ ਸਾਈਡ ਵੱਲ, ਉਹਨੂੰ ਆਪਾਂ ਹਮੇਸ਼ਾ ਪੋਜ਼ਿਟਿਵ ਕੰਸੀਡਰ ਕਰਨਾ ਹੈ। ਜੇ ਆਪਾਂ ਲੈਫਟ ਸਾਈਡ ਵੱਲ ਲੈਣੀ ਹੈ, ਉਹਨੂੰ ਆਪਾਂ ਨੈਗੇਟਿਵ ਕੰਸੀਡਰ ਕਰਨਾ। ਕਿਸ ਚੀਜ਼ ਨੂੰ? ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਨੂੰ। ਮੰਨ ਲਓ ਕਿ ਆਹ ਇੱਕ ਸ਼ੀਟ ਹੋਵੇ, ਮੇਰੇ ਹਿਸਾਬ ਨਾਲ ਆਹ ਵਾਲਾ ਏਰੀਆ ਲੈਫਟ ਸਾਈਡ ਹੈ ਤੇ ਇੱਧਰਲਾ ਏਰੀਆ ਰਾਈਟ ਸਾਈਡ ਹੈ, ਡਾਇਰੈਕਸ਼ਨ ਦੇ ਹਿਸਾਬ ਨਾਲ। ਤੇ ਜਿਹੜੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਮੈਂ ਇੱਧਰਲੇ ਪਾਸੇ ਲਵਾਂਗਾ, ਉਹਨੂੰ ਮੈਂ ਪੋਜ਼ਿਟਿਵ ਲਵਾਂਗਾ, ਮਤਲਬ ਪੋਜ਼ਿਟਿਵ ਵੈਲਿਊ। ਜੇ ਮੈਂ ਇੱਧਰਲੇ ਪਾਸੇ ਨੂੰ ਲਵਾਂਗਾ ਇਲੈਕਟ੍ਰਿਕ ਫੀਲਡ, ਉਹਨੂੰ ਮੈਂ ਕੀ ਕੰਸੀਡਰ ਕਰੂੰਗਾ? ਨੈਗੇਟਿਵ। ਠੀਕ ਹੈ, ਸਮਝ ਗਈ ਗੱਲ? ਵੀ ਲੈਫਟ ਸਾਈਡ ਵਾਲੇ ਪਾਸੇ, ਕਿਉਂਕਿ ਆਹ ਜਿਹੜੀ ਸ਼ੀਟ ਹੈ ਇਹਦੇ ਤੋਂ ਇਲੈਕਟ੍ਰਿਕ ਫੀਲਡ ਲੈਫਟ ਸਾਈਡ ਵਾਲੇ ਪਾਸੇ ਵੀ ਹੋਊਗੀ ਤੇ ਰਾਈਟ ਸਾਈਡ ਵਾਲੇ ਪਾਸੇ ਵੀ ਹੋਊਗੀ। ਠੀਕ ਹੈ, ਜਿਹੜੀ ਰਾਈਟ ਸਾਈਡ ਵਾਲੀ ਵੈਲਿਊ ਹੈ ਉਹ ਹਮੇਸ਼ਾ ਆਪਾਂ ਪੋਜ਼ਿਟਿਵ ਲੈਣੀ ਹੈ, ਜਿਹੜੀ ਲੈਫਟ ਸਾਈਡ ਵਾਲੀ ਵੈਲਿਊ ਹੈ ਉਹ ਹਮੇਸ਼ਾ ਆਪਾਂ ਨੈਗੇਟਿਵ ਲੈਣੀ ਹੈ। ਇਹ ਆਪਣੀ ਇੱਕ ਜਨਰਲ ਕਨਸੈਪਟ ਹੈਗਾ, ਇਹਨੂੰ ਆਪਾਂ ਇਦਾਂ ਹੀ ਇੱਥੇ ਵੀ ਆਪਾਂ ਇਹੀ ਚੀਜ਼ ਅਪਲਾਈ ਕਰਾਂਗੇ।
ਹੁਣ ਦੇਖੋ ਜਿਹੜੀ ਪਹਿਲੀ ਸ਼ੀਟ ਹੈ, ਆ ਪਹਿਲੀ ਸ਼ੀਟ ਹੈ 1 ਨੰਬਰ ਆਪਣੀ, ਠੀਕ ਹੈ। ਐਸ਼ ਸ਼ੀਟ ਤੋਂ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹਨੂੰ ਅਸੀਂ ਕੀ ਨਾਮ ਦੇ ਦਿਆਂਗੇ, 1 ਨੰਬਰ ਵਾਲੀ ਨੂੰ ਅਸੀਂ ਕਵਾਂਗੇ E1, ਤੇ ਜਿਹੜੀ ਇਲੈਕਟ੍ਰਿਕ ਫੀਲਡ 2 ਨੰਬਰ ਸ਼ੀਟ ਦੀ ਹੋਊਗੀ ਉਹਨੂੰ ਅਸੀਂ ਕੀ ਨਾਮ ਦੇ ਦਿਆਂਗੇ, E2, ਠੀਕ ਹੈ। ਹੁਣ ਐਸ ਸ਼ੀਟ ਜਿਹੜੀ 1 ਨੰਬਰ ਸ਼ੀਟ ਹੈ ਉਹਦੇ ਤੋਂ ਲੈਫਟ ਸਾਈਡ ਵਾਲੇ ਪਾਸੇ ਵੀ ਇਲੈਕਟ੍ਰਿਕ ਫੀਲਡ ਹੋਊਗੀ E1, ਤੇ ਰਾਈਟ ਸਾਈਡ ਵਾਲੇ ਪਾਸੇ ਵੀ ਹੋਊਗੀ, ਦੋਨਾਂ ਪਾਸੇ ਹੋਊਗੀ। ਜਿਹੜੀ ਰਾਈਟ ਸਾਈਡ ਵਾਲੀ ਹੋਊਗੀ ਉਹਨੂੰ ਆਪਾਂ ਪੋਜ਼ਿਟਿਵ ਕੰਸੀਡਰ ਕਰਾਂਗੇ, ਜੇ ਰਾਈਟ ਸਾਈਡ ਵਾਲੇ ਪਾਸੇ ਨੂੰ ਆਪਾਂ ਲੈਂਦੇ ਆ ਤਾਂ ਉਹ ਪੋਜ਼ਿਟਿਵ ਲਵਾਂਗੇ, ਉਹਨੂੰ E1 ਨੂੰ ਆਪਾਂ ਪਲੱਸ ਸਾਈਨ ਨਾਲ ਲਿਖਾਂਗੇ। ਜੇਕਰ ਆਪਾਂ ਲੈਫਟ ਸਾਈਡ ਵਾਲੇ ਪਾਸੇ ਨੂੰ ਲੈਣੇ ਪਏ ਆ ਤਾਂ ਫਿਰ ਆਪਾਂ ਉਹਨੂੰ ਮਾਈਨਸ ਸਾਈਨ ਨਾਲ ਲਿਖਾਂਗੇ। ਸਿੰਪਲ ਜੀ ਗੱਲ ਹੈ। ਐਵੇਂ E2, ਆ E2 ਐਸ ਸ਼ੀਟ ਦੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੈ, ਜੇ ਆਪਾਂ ਇੱਧਰਲੇ ਪਾਸੇ ਨੂੰ ਲਵਾਂਗੇ ਰਾਈਟ ਸਾਈਡ ਵਾਲੇ ਪਾਸੇ ਨੂੰ ਤਾਂ ਉਹਨੂੰ ਆਪਾਂ ਪੋਜ਼ਿਟਿਵ ਲਵਾਂਗੇ, ਪਲੱਸ E2 ਲਿਖਾਂਗੇ। ਤੇ ਜੇ ਆਪਾਂ ਉਹਦੇ ਤੋਂ ਇੱਧਰਲੇ ਪਾਸੇ ਨੂੰ ਲਿਖਾਂਗੇ E2 ਤਾਂ ਫਿਰ ਆਪਾਂ ਉਹਨੂੰ ਮਾਈਨਸ ਸਾਈਨ ਨਾਲ ਲਿਖਾਂਗੇ। ਬਸ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਇੰਨੀ ਗੱਲ ਸਮਝ ਲੱਗ ਗਈ ਸਭ ਨੂੰ? ਹਾਂਜੀ ਬੋਲੋ। ਹੁਣ ਦੇਖੋ, ਹੁਣ ਆਪਾਂ ਪਹਿਲੇ ਲੈ ਰਹੇ ਹਾਂ, ਪਹਿਲੇ ਆਪਾਂ ਇੱਕ ਏਰੀਆ ਕੰਸੀਡਰ ਕਰ ਰਹੇ ਹਾਂ A, ਇਨ ਰੀਜਨ A। ਇਹ ਆਪਣਾ ਕਿਹੜਾ ਸੀਗਾ, ਆ ਵਾਲਾ, ਇਸ ਜਗ੍ਹਾ ਤੇ, ਇਸ ਜਗ੍ਹਾ ਤੇ ਸਾਡੇ ਕੋਲ ਹੁਣ ਇਹ ਵਾਲੀ ਜਿਹੜੀ ਜਗ੍ਹਾ ਹੈ ਜਿੱਥੇ ਆਪਾਂ ਹੁਣ ਰੈੱਡ ਲਾਈਨਾਂ ਲਾਈਆਂ, ਇਹ ਜਿਹੜੀ 1 ਨੰਬਰ ਸ਼ੀਟ ਹੈ ਉਹਦੇ ਤੋਂ ਵੀ ਲੈਫਟ ਸਾਈਡ ਤੇ ਹੈ, ਤੇ 2 ਨੰਬਰ ਸ਼ੀਟ ਤੋਂ ਵੀ ਲੈਫਟ ਸਾਈਡ ਤੇ ਹੈ। ਸਮਝ ਗਏ? ਪਤਾ ਲੱਗ ਗਿਆ ਵੀ ਜਿਹੜਾ ਏਰੀਆ ਦੀ ਆਪਾਂ ਗੱਲ ਕਰੀ ਜਾਂਦੇ ਆ A ਰੀਜਨ ਦੀ, A ਰੀਜਨ ਆਪਣੀ ਆ 1 ਨੰਬਰ ਸ਼ੀਟ ਹੈ ਉਹਦੇ ਤੋਂ ਵੀ ਲੈਫਟ ਸਾਈਡ ਵਾਲੇ ਪਾਸੇ ਹੈ, ਆ 2 ਨੰਬਰ ਸ਼ੀਟ ਹੈ ਉਹਦੇ ਤੋਂ ਵੀ ਇਹ ਵਾਲਾ ਏਰੀਆ ਜਿਹੜਾ ਲੈਫਟ ਸਾਈਡ ਵਾਲੇ ਪਾਸੇ ਹੈ। ਤਾਂ ਜਿਹੜੀਆਂ ਇਲੈਕਟ੍ਰਿਕ ਫੀਲਡ ਲੱਗਣਗੀਆਂ 1 ਨੰਬਰ ਕਰਕੇ ਤੇ 2 ਨੰਬਰ ਕਰਕੇ, 2 ਇਲੈਕਟ੍ਰਿਕ ਫੀਲਡ ਇੱਥੇ ਐਕਟ ਕਰਨਗੀਆਂ ਜਿਹੜੀਆਂ ਆਪਾਂ ਇੱਥੇ ਲਿਖੀਆਂ ਹੋਈਆਂ E1 ਤੇ E2। ਆ E1 ਲੱਗ ਰਹੀ ਹੈ ਪਹਿਲੀ ਸ਼ੀਟ ਕਰਕੇ, ਆ E2 ਲੱਗ ਰਹੀ ਹੈ ਦੂਜੀ ਸ਼ੀਟ ਕਰਕੇ। ਇਹਨਾਂ ਦੋਨਾਂ ਦੀ ਵੈਲਿਊ ਕੀ ਹੋਊਗੀ, ਮਾਈਨਸ ਲਵਾਂਗੇ ਆਪਾਂ ਦੋਨਾਂ ਦੀ ਵੈਲਿਊ ਨੂੰ, ਕਿਉਂਕਿ ਇਹ ਲੈਫਟ ਸਾਈਡ ਵਾਲੇ ਪਾਸੇ ਨੂੰ ਹੈ। ਜਿਹੜੀ ਆਪਾਂ ਰਾਈਟ ਸਾਈਡ ਵਾਲੇ ਪਾਸੇ ਲਵਾਂਗੇ ਵੈਲਿਊ, ਉਹਨੂੰ ਆਪਾਂ ਕੀ ਲੈਣੀ ਹੈ, ਪੋਜ਼ਿਟਿਵ। ਇਹਦਾ ਮਤਲਬ ਇਨ ਰੀਜਨ A ਜਿਹੜੀ ਟੋਟਲ ਇਲੈਕਟ੍ਰਿਕ ਫੀਲਡ ਹੈ A ਦੇ ਵਿੱਚ, ਆ ਆਪਾਂ EA ਲਿਖਦੇ ਪਏ ਆ, EA ਦਾ ਮਤਲਬ ਟੋਟਲ ਇਲੈਕਟ੍ਰਿਕ ਫੀਲਡ ਇਨ ਰੀਜਨ A, ਉਹਨੂੰ ਅਸੀਂ ਕੀ ਲਿਖਾਂਗੇ, ਮਾਈਨਸ ਦਾ E1 ਤੇ ਮਾਈਨਸ ਦਾ E2, ਕਿਉਂਕਿ ਦੋਨੋਂ ਮਾਈਨਸ 'ਚ ਹੈ, ਕਿਉਂਕਿ ਦੋਨੋਂ ਲੈਫਟ ਸਾਈਡ ਵਾਲੇ ਪਾਸੇ ਹੈ। ਹੁਣ E1 ਕਿੰਨਾ ਹੋਊਗਾ, ਜਿਵੇਂ ਆਪਾਂ ਹੁਣੇ ਉੱਪਰ ਜਿਹੜਾ ਕੱਲ ਆਪਾਂ ਆਰਟੀਕਲ ਕੀਤਾ ਸੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ, ਉਹਦੇ 'ਚ ਆਪਾਂ ਸਿਰਫ ਪਹਿਲੀ ਸ਼ੀਟ ਨੂੰ ਕੰਸੀਡਰ ਕਰ ਲਿਆ ਵੀ ਆਹ ਸ਼ੀਟ ਹੈ, ਇਹਦੇ ਤੋਂ ਆਪਾਂ ਇਹਦੇ ਤੋਂ ਕੁਝ ਡਿਸਟੈਂਸ ਤੇ ਮੰਨ ਲਓ ਇੱਥੇ ਇੱਥੇ ਕਿਸੇ ਵੀ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਕੱਢਣੀ ਹੈ, ਉਹਨੂੰ ਆਪਾਂ E1 ਕਵਾਂਗੇ। ਉਹਦੀ ਵੈਲਿਊ ਕੀ ਆਊਗੀ, ਸਿਗਮਾ ਬਾਈ 2 ਐਪਸਾਈਲਨ ਨੋਟ। ਪਰ ਇੱਥੇ ਸਿਗਮਾ ਦੀ ਥਾਂ ਤੇ ਆਪਾਂ ਕੀ ਲਿਖਾਂਗੇ, ਸਿਗਮਾ 1, ਕਿਉਂਕਿ ਆਪਾਂ ਇਹਦੇ 'ਚ ਪਹਿਲੀ ਸ਼ੀਟ ਦਾ ਜਿਹੜਾ ਸਰਫੇਸ ਚਾਰਜ ਡੈਂਸਿਟੀ ਉਹਨੂੰ ਅਸੀਂ ਸਿਗਮਾ 1 ਲਿਖਦੇ ਪਏ ਹਾਂ। देयरफॉर माइनस E1 ਦੀ ਥਾਂ ਤੇ ਮੈਂ ਕੀ ਲਿਖੂੰਗਾ, ਮਾਈਨਸ ਸਿਗਮਾ 1 ਬਾਈ 2 ਐਪਸਾਈਲਨ ਨੋਟ। ਠੀਕ ਹੈ। ਐਵੇਂ ਹੀ ਜਿਹੜਾ E2 ਹੈ ਉਹ ਵੀ ਮਾਈਨਸ ਸਾਈਨ ਨਾਲ ਹੈ, ਪਰ E2 ਜਿਹੜਾ ਹੈ ਉਹ ਦੂਜੀ ਸ਼ੀਟ ਦੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੈ, ਉਹਦੀ ਵੈਲਿਊ ਕੀ ਹੋਊਗੀ, ਸਿਗਮਾ 2 ਬਾਈ 2 ਐਪਸਾਈਲਨ ਨੋਟ। ਕਿਉਂਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦਾ ਜਨਰਲ ਫਾਰਮੂਲਾ ਵਾਲਾ ਹੈ ਸਿਗਮਾ ਬਾਈ 2 ਐਪਸਾਈਲਨ ਨੋਟ। ਇੱਥੇ ਦੋ ਅੱਡ-ਅੱਡ ਸ਼ੀਟਾਂ ਹੈ, ਜੇ ਪਹਿਲੀ ਸ਼ੀਟ ਲਵਾਂਗੇ ਉਹਦੇ ਲਈ ਅਸੀਂ ਸਿਗਮਾ 1 ਵੈਲਿਊ ਲਗਾ ਦਿਆਂਗੇ ਥੱਲੇ, ਕਿਉਂਕਿ ਉਹ ਤਾਂ ਐਪਸਾਈਲਨ ਨੋਟ ਤਾਂ ਸਾਰਾ ਉਹ ਕੌਨਸਟੈਂਟ ਹੀ ਹੈ, ਉਹ ਤਾਂ ਪਹਿਲੀ ਸ਼ੀਟ ਲਈ ਵੀ ਹੁੰਦਾ, ਦੂਜੀ ਲਈ ਵੀ ਹੁੰਦਾ। ਜੇ E2 ਕੱਢੋਗੇ ਦੂਜੀ ਸ਼ੀਟ ਵਾਸਤੇ ਕੱਢੋਗੇ ਇਲੈਕਟ੍ਰਿਕ ਫੀਲਡ, ਉਹ ਇੱਥੇ ਸਿਗਮਾ ਦੀ ਥਾਂ ਤੇ ਸਿਗਮਾ 2 ਲਾ ਦੋਗੇ ਬਾਈ 2 ਐਪਸਾਈਲਨ ਨੋਟ। ਠੀਕ ਹੈ। ਤਾਂ ਜਿੱਥੇ ਅਸੀਂ E1 ਲਾਣਾ ਹੋਊਗਾ ਉੱਥੇ ਅਸੀਂ ਆਹ ਵਾਲੀ ਵੈਲਿਊ ਲਿਖ ਲਾਂਗੇ, ਜਿੱਥੇ ਅਸੀਂ E2 ਲਾਣਾ ਹੋਊਗਾ ਉੱਥੇ ਅਸੀਂ ਆਹ ਵਾਲੀ ਵੈਲਿਊ ਲਿਖਾਂਗੇ। ਓਕੇ ਹੋ ਗਿਆ? ਠੀਕ ਹੈ। देयरफॉर ਆਪਣੇ ਕੋਲ ਪਹਿਲੀ ਵੈਲਿਊ ਇੱਥੇ ਕਿੰਨੀ ਆ ਗਈ EA ਦੀ, ਇਹ ਤੁਹਾਡੇ ਕੋਲ ਆ ਗਿਆ ਮਾਈਨਸ ਆਫ ਸਿਗਮਾ 1 ਬਾਈ 2 ਐਪਸਾਈਲਨ ਨੋਟ ਐਂਡ ਮਾਈਨਸ ਸਿਗਮਾ 2 ਬਾਈ 2 ਐਪਸਾਈਲਨ ਨੋਟ। ਇਹ ਪਹਿਲਾ ਆਪਣਾ ਇਕੁਏਸ਼ਨ ਆ ਗਿਆ। ਇਹ ਰੀਜਨ A ਵਿੱਚ ਟੋਟਲ ਇਲੈਕਟ੍ਰਿਕ ਫੀਲਡ ਹੈ। ਕਲੀਅਰ ਹੋ ਗਿਆ? ਹੁਣ ਰੀਜਨ B, ਨਾਓ ਵੀ ਆਰ ਕੰਸੀਡਰਿੰਗ B ਪੋਰਸ਼ਨ। B ਪੋਰਸ਼ਨ ਕਿੱਥੇ ਹੈ, ਦੇਖੋ ਫਿਗਰ ਵਿੱਚ B ਪੋਰਸ਼ਨ ਤੁਹਾਡਾ ਆਹ ਵਾਲਾ ਸੈਂਟਰ ਵਾਲਾ, ਆਹ ਵਾਲਾ, ਆਹ ਵਾਲੀ ਜਗ੍ਹਾ। ਇਸ ਜਗ੍ਹਾ ਵਿੱਚ ਕੀ ਕਨਸੈਪਟ ਹੋਊਗਾ, ਦੇਖੋ ਇਹ ਜਗ੍ਹਾ ਜਿਹੜੀ B ਵਾਲੀ ਜਗ੍ਹਾ ਹੈ ਉਹ ਜਿਹੜੀ ਸਾਡੀ ਸ਼ੀਟ ਨੰਬਰ 1 ਹੈ ਉਹਦੇ ਤੋਂ ਤਾਂ ਰਾਈਟ ਸਾਈਡ ਵਾਲੇ ਪਾਸੇ ਹੈ, ਪਰ ਸ਼ੀਟ ਨੰਬਰ 2 ਤੋਂ ਇਹ ਹਜੇ ਵੀ ਲੈਫਟ ਸਾਈਡ ਵਾਲੇ ਪਾਸੇ ਹੈ।
ਸਮਝ ਗਏ ਗੱਲ? ਦੱਸੋ ਵੀ ਆਹ ਜਗ੍ਹਾ ਜਿਹੜੀ ਹੈ, ਆ ਵਿਚਕਾਰਲੀ ਜਗ੍ਹਾ, ਆ ਸਾਰੀ ਵਿਚਕਾਰਲੀ ਜਗ੍ਹਾ ਇੱਥੇ, ਇਹ ਸ਼ੀਟ ਨੰਬਰ 1 ਤੋਂ ਤਾਂ ਰਾਈਟ ਸਾਈਡ ਵਾਲੇ ਪਾਸੇ ਨਾ, ਤਾਂ ਸਿੰਪਲ ਹੀ ਗੱਲ ਹੈ ਬੇਟਾ, ਸ਼ੀਟ ਇੱਥੇ ਪਈ ਹੈ, ਉਹਨ ਤੋਂ ਰਾਈਟ ਸਾਈਡ ਵਾਲੇ ਪਾਸੇ ਆ ਜਗ੍ਹਾ, ਤੇ ਦੂਜੀ ਸ਼ੀਟ ਦੇ ਹਿਸਾਬ ਨਾਲ ਇਹੀ ਜਗ੍ਹਾ ਲੈਫਟ ਵਾਲੇ ਪਾਸੇ ਹੈ। ਕਲੀਅਰ ਹੋ ਗਿਆ? ਜਿਹੜਾ ਰਾਈਟ ਵਾਲਾ ਪਾਸਾ ਹੈ, ਰਾਜੇ ਆਪਣਾ ਮਾਈਕ ਆਫ ਕਰਿਓ, ਵਿੱਚ ਪਿੱਛੋਂ ਆਵਾਜ਼ ਜ਼ਿਆਦਾ ਆਉਂਦੀ ਹੈ। ਜਿਹੜੀ ਰਾਈਟ ਸਾਈਡ ਵਾਲੇ ਪਾਸੇ ਨੂੰ ਲੈਣਾ ਹੈ ਉਹ ਪੋਜ਼ਿਟਿਵ, ਜਿਹੜੀ ਤੁਸੀਂ ਲੈਫਟ ਸਾਈਡ ਵਾਲੇ ਪਾਸੇ ਲੈਣੀ ਹੈ ਉਹ ਵਾਲੀ ਵੈਲਿਊ ਨੂੰ ਨੈਗੇਟਿਵ ਲਓਗੇ। ਇਹਦਾ ਮਤਲਬ ਇਸ ਰੀਜਨ ਵਿੱਚ ਇੱਥੇ E1 ਦੀ ਵੈਲਿਊ ਕੀ ਲਿਖਾਂਗੇ ਆਪਾਂ, ਪੋਜ਼ਿਟਿਵ ਕਿ ਨੈਗੇਟਿਵ? E1 ਨੂੰ ਅਸੀਂ ਪੋਜ਼ਿਟਿਵ ਲਿਖਾਂਗੇ ਕਿਉਂਕਿ E1 ਇਧਰਲੇ ਪਾਸੇ ਨੂੰ ਹੈ, ਰਾਈਟ ਸਾਈਡ ਵਾਲੇ ਪਾਸੇ ਨੂੰ ਹੈ। ਠੀਕ ਹੈ? ਔਰ ਇਸ ਜਗ੍ਹਾ ਤੇ ਜਿਹੜੀ ਐਸ ਦੀ ਇਲੈਕਟ੍ਰਿਕ ਫੀਲਡ ਹੈ ਉਹ ਇਧਰਲੇ ਪਾਸੇ ਨੂੰ ਆਣੀ ਹੈ। ਠੀਕ ਹੈ? ਉਹ ਕਿਹੜੀ ਆਊਗੀ ਬੇਟਾ? ਆਪਣਾ ਮਾਈਕ ਆਫ ਕਰ ਲਓ। E2 ਆਪਣੇ ਕੋਲ ਨੈਗੇਟਿਵ ਆਊਗਾ। ਠੀਕ ਹੈ? ਤਾਂ ਇਹਦਾ ਮਤਲਬ ਟੋਟਲ ਇਲੈਕਟ੍ਰਿਕ ਫੀਲਡ ਅਸੀਂ ਰੀਜਨ B ਚ ਕੱਢਾਂਗੇ। ਹੁਣ ਦੇਖੋ B ਵਿੱਚ ਕੱਢਾਂਗੇ ਤਾਂ EB ਉਹ ਕਿੰਨਾ ਹੋ ਜਾਊਗਾ, E1 ਪਲੱਸ ਦਾ ਤੇ E2 ਸਾਡਾ ਮਾਈਨਸ ਦਾ, ਇਸ ਲਈ E1 ਮਾਈਨਸ E2। E1 ਦੀ ਆਹੀ ਵੈਲਿਊ σ1/2 ਐਪਸਾਈਲਨ ਨੋਟ, E2 ਦੀ ਉਹੀ ਵੈਲਿਊ σ2/2 ਐਪਸਾਈਲਨ ਨੋਟ। ਆ ਕਿਉਂਕਿ ਮਾਈਨਸ ਸਾਈਨ ਸੀ, ਉਹ ਮਾਈਨਸ ਸਾਈਨ। ਠੀਕ ਹੈ? ਇਹ ਸਾਡੀ ਦੂਸਰੀ ਇਕੁਏਸ਼ਨ ਬਣ ਗਈ। ਕਲੀਅਰ ਹੈ? B ਵਿੱਚ ਆ ਗਿਆ। ਹੁਣ ਰੀਜਨ C ਵਿੱਚ ਚਲੀਏ। C ਸਾਡਾ ਕਿੱਥੇ ਹੈ? ਦੇਖੋ ਰੀਜਨ C ਆਹ ਵਾਲਾ ਹੈ, ਆਹ C ਵਾਲਾ ਪੋਰਸ਼ਨ ਹੈ ਇੱਥੇ, ਮਤਲਬ ਆਹ ਸਾਰੀ ਜਗ੍ਹਾ। ਹੁਣ ਇਸ ਜਗ੍ਹਾ ਦੇ ਅੰਦਰ ਕੀ ਹੈ, ਜਿਹੜੀ ਇਲੈਕਟ੍ਰਿਕ ਫੀਲਡ ਪਹਿਲੀ ਸ਼ੀਟ ਤੋਂ ਆਊਗੀ ਉਹ E1 ਹੈ, ਉਹ ਇੱਥੇ ਆ ਕੇ ਇਧਰਲੇ ਪਾਸੇ ਨੂੰ ਆਊਗੀ E1, ਤੇ ਜਿਹੜੀ ਦੂਜੀ ਦੀ ਇਲੈਕਟ੍ਰਿਕ ਫੀਲਡ ਆਊਗੀ ਉਹ ਵੀ ਇਧਰਲੇ ਪਾਸੇ ਨੂੰ ਆਊਗੀ E2। ਦੋਨੋਂ ਇੱਥੇ ਰਾਈਟ ਸਾਈਡ ਵਾਲੇ ਪਾਸੇ ਨੂੰ ਆਣਗੀਆਂ। ਰਾਈਟ ਸਾਈਡ ਵਾਲੀ ਨੂੰ ਆਪਾਂ ਕੀ ਲੈਣਾ ਸੀ, ਪੋਜ਼ਿਟਿਵ। ਇਹਦਾ ਮਤਲਬ ਇੱਥੇ E1 ਵੀ ਪੋਜ਼ਿਟਿਵ ਤੇ E2 ਵੀ ਪੋਜ਼ਿਟਿਵ, ਦੋਨੋਂ ਪੋਜ਼ਿਟਿਵ ਹੋਣਗੀਆਂ ਇਸ ਰੀਜਨ ਦੇ ਅੰਦਰ। ਠੀਕ ਹੈ? ਕਲੀਅਰ ਹੋ ਗਿਆ? ਤਾਂ ਦੋਨਾਂ ਨੂੰ ਆਪਾਂ ਇੱਥੇ ਪੋਜ਼ਿਟਿਵ ਲਵਾਂਗੇ। ਠੀਕ ਹੈ? ਤਾਂ ਉਹ ਦੇਖੋ ਅਸੀਂ ਹੁਣ ਇੱਥੇ ਉਹੀ ਗੱਲ ਕਰਾਂਗੇ ਇਨ ਰੀਜਨ C। ਹੁਣ C ਪੋਰਸ਼ਨ ਵਿੱਚ ਆਪਾਂ ਲੈਣੇ ਪਏ ਆ EC ਮਤਲਬ ਟੋਟਲ ਇਲੈਕਟ੍ਰਿਕ ਫੀਲਡ ਇਨ ਰੀਜਨ C। ਉਹ ਕੀ ਹੋਊਗਾ, E1 ਪਲੱਸ E2, ਕਿਉਂਕਿ ਦੋਨੋਂ ਪਲੱਸ ਦੇ ਹੈ। E1 ਵੀ ਸਾਡਾ ਇੱਥੇ ਪਲੱਸ ਦਾ, E2 ਵੀ ਪਲੱਸ ਦਾ, ਦੋਨਾਂ ਦਾ ਸਮ E1 ਪਲੱਸ E2। E1 ਦੀ ਵੈਲਿਊ ਉਹੀ σ1/2 ਐਪਸਾਈਲਨ ਨੋਟ, E2 ਦੀ ਵੈਲਿਊ ਵੀ ਉਹੀ σ2/2 ਐਪਸਾਈਲਨ ਨੋਟ। ਠੀਕ ਹੈ? ਇਹ ਤਿੰਨੋਂ ਵੈਲਿਊਜ਼ ਆ ਗਈਆਂ, ਜਿਹੜੀਆਂ ਤਿੰਨ ਇਕੁਏਸ਼ਨਸ ਹੈ, ਫਰਸਟ, ਸੈਕਿੰਡ ਐਂਡ ਥਰਡ। ਇਹ ਤਿੰਨੋਂ ਇਕੁਏਸ਼ਨਸ ਸਾਡੀਆਂ ਆ ਗਈਆਂ ਇਲੈਕਟ੍ਰਿਕ ਫੀਲਡ ਦੀਆਂ। ਜਦੋਂ ਅਸੀਂ ਇਲੈਕਟ੍ਰਿਕ ਫੀਲਡ ਕੱਢਣੀ ਹੈ A ਰੀਜਨ ਵਿੱਚ ਜਾਂ B ਰੀਜਨ ਵਿੱਚ ਜਾਂ C ਰੀਜਨ ਵਿੱਚ, ਦੋ ਸ਼ੀਟਸ ਹੈ, ਦੋ ਸ਼ੀਟਸ ਦੇ ਵਿੱਚ ਸਾਡੇ ਕੋਲ ਤਿੰਨ ਉਹਦੇ ਪੋਰਸ਼ਨ ਬਣ ਜਾਣਗੇ, ਤਿੰਨ ਜਗ੍ਹਾ ਬਣ ਜਾਣਗੀਆਂ। ਇੱਕ ਨੂੰ ਅਸੀਂ ਰੀਜਨ A ਕਹਿ ਰਹੇ ਹਾਂ ਜਿਹੜਾ ਲੈਫਟ ਸਾਈਡ ਵਾਲੇ ਪਾਸੇ ਬਿਲਕੁਲ, ਇੱਕ ਸੈਂਟਰ ਵਾਲਾ ਜਗ੍ਹਾ ਹੈ ਜਿਹਨੂੰ ਅਸੀਂ ਰੀਜਨ B ਕਹਿ ਰਹੇ ਹਾਂ, ਇੱਕ ਰਾਈਟ ਸਾਈਡ ਵਾਲਾ ਪਾਸਾ ਹੈ ਜਿਹਨੂੰ ਅਸੀਂ ਰੀਜਨ C ਕਹਿ ਰਹੇ ਹਾਂ। ਤਿੰਨਾਂ ਜਗ੍ਹਾ ਤੇ ਅਸੀਂ ਇਲੈਕਟ੍ਰਿਕ ਫੀਲਡ ਕੱਢਤੀ। ਤੁਹਾਨੂੰ σ1 σ2 ਪਤਾ ਹੋਊਗਾ ਨਾ ਦੋਨੋਂ ਸ਼ੀਟਸ ਦਾ, ਕਿਉਂਕਿ ਇਹ ਕੀ ਚੀਜ਼ ਹੈ, σ1 σ2, ਦਿਸ ਇਜ਼ ਦਾ ਸਰਫੇਸ ਚਾਰਜ ਡੈਂਸਿਟੀ। ਉਹ ਤੁਹਾਨੂੰ ਨੋਨ ਹੋਏਗਾ, ਤੁਸੀਂ ਉਹ ਵੈਲਿਊਜ਼ ਇੱਥੇ ਭਰੀ ਜਾਓਗੇ। ਐਪਸਾਈਲਨ ਨੋਟ ਆਪਾਂ ਨੂੰ ਪਤਾ ਹੀ ਹੈ ਕਨਸਟੈਂਟ ਹੈ, ਸਾਰਿਆਂ ਚ ਆਪਾਂ ਉਹੀ ਲਾਣਾ ਹੈ। ਤਾਂ ਬਸ ਆਪਣੇ ਕੋਲ EA EB ਤੇ EC ਤਿੰਨਾਂ ਰੀਜਨ ਵਿੱਚ ਟੋਟਲ ਇਲੈਕਟ੍ਰਿਕ ਫੀਲਡ ਆਪਾਂ ਕੱਢ ਸਕਦੇ ਹਾਂ ਡਿਊ ਟੂ ਟੂ ਸ਼ੀਟਸ, ਜਿਹੜੀਆਂ ਹੁਣ ਦੋ ਸ਼ੀਟਸ ਆਪਾਂ ਰੱਖੀਆਂ ਸੀ ਉਹਦੇ ਕਰਕੇ। ਕਲੀਅਰ ਹੋ ਗਿਆ? ਹਾਂਜੀ। ਇਹਦਾ ਇੱਕ ਸਪੈਸ਼ਲ ਕੇਸ, ਇਹਦੇ ਚ ਇੱਕ ਸਪੈਸ਼ਲ ਕੇਸ ਅਸੀਂ ਕੰਸੀਡਰ ਕਰਦੇ ਹਾਂ। ਸਪੈਸ਼ਲ ਕੇਸ ਇਹ ਹੈ, ਅਸੀਂ ਉੱਪਰ ਕੀ ਲਿਆ ਸੀ, ਅਸੀਂ ਕਿਹਾ ਸੀ ਸਾਡੇ ਕੋਲ ਦੋ ਸ਼ੀਟਸ ਨੇ, ਪਰੰਤੂ ਦੋਨਾਂ ਸ਼ੀਟਸ ਵਿੱਚ ਫਰਕ ਕੀ ਸੀਗਾ ਵੀ ਦੋਨਾਂ ਦਾ ਜਿਹੜਾ ਸਰਫੇਸ ਚਾਰਜ ਡੈਂਸਿਟੀ ਉਹ ਅਲੱਗ-ਅਲੱਗ ਸੀ। ਜਿਹੜੀ ਸ਼ੀਟ ਨੰਬਰ 1 ਸੀਗੀ ਉਹਦੀ ਸਰਫੇਸ ਚਾਰਜ ਡੈਂਸਿਟੀ ਨੂੰ ਅਸੀਂ ਕੀ ਲਿਆ ਸੀ, σ1। ਜਿਹੜੀ ਅਸੀਂ ਦੂਜੀ ਸ਼ੀਟ ਲਈ ਸੀ ਉਹਦੀ ਸਰਫੇਸ ਚਾਰਜ ਡੈਂਸਿਟੀ ਨੂੰ ਅਸੀਂ ਕਿੰਨਾ ਕੰਸੀਡਰ ਕੀਤਾ ਸੀ, σ2। ਤਾਂ ਉਹਦੇ ਹਿਸਾਬ ਨਾਲ ਆਪਾਂ ਕੈਲਕੂਲੇਸ਼ਨਸ ਕਰਤੀਆਂ ਸੀ। ਪਰ ਹੁਣ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ σ1 ਤੇ σ2 ਦੋਨੋਂ ਬਰਾਬਰ ਹੈ, ਦੋਨਾਂ ਦੀ ਵੈਲਿਊ ਬਰਾਬਰ ਹੈ। ਕਦੇ ਐ ਵੀ ਤਾਂ ਹੋ ਸਕਦਾ ਹੈ ਨਾ ਵੀ ਸਰਫੇਸ ਚਾਰਜ ਡੈਂਸਿਟੀ ਜਿੰਨੀ ਸ਼ੀਟ ਨੰਬਰ 1 ਦੀ ਹੈ ਉਨੀ ਹੀ ਸ਼ੀਟ ਨੰਬਰ 2 ਦੀ ਹੋਵੇ। ਮਤਲਬ ਫਿਰ ਇਹਦਾ ਮਤਲਬ ਫਿਰ σ1 ਵੀ ਸਾਡਾ ਕਿੰਦੇ ਬਰਾਬਰ ਹੋ ਜਾਊਗਾ, ਸਿਗਮਾ ਦੇ, ਤੇ σ2 ਵੀ ਸਾਡਾ ਕਿੰਦੇ ਬਰਾਬਰ ਹੋ ਜਾਊਗਾ, ਸਿਗਮਾ ਦੇ, ਕਿਉਂਕਿ ਦੋਨੋਂ ਇਕੁਅਲ ਹੈ। ਪਰੰਤੂ ਨਾਲ ਇੱਕ ਕੰਡੀਸ਼ਨ ਹੋਰ ਹੈ, ਇਕੁਅਲ ਤਾਂ ਹੈਗੇ ਬਟ ਆਪੋਜ਼ਿਟ ਹੈ। ਆਪੋਜ਼ਿਟ ਮਤਲਬ ਵੀ ਇੱਕ ਦੇ ਉੱਪਰ ਮੰਨ ਲਓ ਪਲੱਸ ਚਾਰਜ ਹੈ ਤੇ ਦੂਜੇ ਉੱਪਰ ਮੰਨ ਲਓ ਮਾਈਨਸ ਚਾਰਜ ਹੋਵੇ, ਪਰ ਚਾਰਜ ਦੀ ਮਾਤਰਾ ਵੀ ਬਰਾਬਰ ਹੋਵੇ, ਏਰੀਆ ਵੀ ਇਕੁਅਲ ਹੋਵੇ, ਮਤਲਬ ਸਰਫੇਸ ਚਾਰਜ ਡੈਂਸਿਟੀ ਇਕੁਅਲ ਆਊਗੀ, ਪਰ ਇੱਕ ਦੀ ਪਲੱਸ ਸਿਗਮਾ ਆ ਜਾਊਗੀ, ਦੂਜੇ ਦੀ ਮਾਈਨਸ ਸਿਗਮਾ ਆ ਜਾਊਗੀ। ਗੱਲ ਸਮਝ ਲੱਗ ਗਈ?
ਹੁਣ ਆਪਾਂ ਮੰਨ ਲਓ ਆਪਾਂ ਇਹ ਕੰਸੀਡਰ ਕਰ ਲਿਆ ਵੀ ਜਿਹੜੀ ਸਾਡੀ ਸ਼ੀਟ 1 ਹੈ ਉਹਦੀ ਸਰਫੇਸ ਚਾਰਜ ਡੈਂਸਿਟੀ ਸਿਗਮਾ ਹੈ, ਜਾਂ ਉਹਨੂੰ ਅਸੀਂ ਪਲੱਸ ਸਿਗਮਾ ਕਹਿ ਸਕਦੇ ਹਾਂ। ਜਿਹੜੀ ਦੂਜੀ ਹੈ ਉਹਦੀ ਸਰਫੇਸ ਚਾਰਜ ਡੈਂਸਿਟੀ ਮਾਈਨਸ ਸਿਗਮਾ ਹੈ। ਠੀਕ ਹੈ, ਹੁਣ ਅਸੀਂ ਇਹ ਸਾਡਾ ਸਪੈਸ਼ਲ ਕੇਸ ਹੈ ਵੀ ਜੇ ਐ ਹੋਵੇ, ਜੇ ਆ ਪੂਰਾ ਚਾਰਜ ਮਾਈਨਸ 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 ਹੋਵੇ, ਫਿਰ ਇਹਦੀ ਚਾਰਜ ਡੈਂਸਿਟੀ ਮਾਈਨਸ ਹੋਊਗੀ। ਪਰ ਚਾਰਜ ਦੀ ਅਮਾਊਂਟ ਦੋਨਾਂ ਸ਼ੀਟਾਂ ਦੀ ਬਰਾਬਰ ਹੋਵੇ ਤੇ ਏਰੀਆ ਵੀ ਬਰਾਬਰ ਹੋਵੇ ਤਾਂ ਸਿਗਮਾ ਦੋਨਾਂ ਦਾ ਬਰਾਬਰ ਹੋਊਗਾ, ਸਰਫੇਸ ਚਾਰਜ ਡੈਂਸਿਟੀ ਬਰਾਬਰ ਹੋਊਗੀ। ਇੱਕ ਪਲੱਸ ਸਾਈਨ ਨਾਲ ਹੈ, ਇੱਕ ਮਾਈਨਸ ਸਾਈਨ ਨਾਲ ਹੈ। ਜੇ ਐਦਾਂ ਹੋਵੇ ਫਿਰ ਕੀ ਹੋਊਗਾ? ਫਿਰ ਦੇਖੋ, ਫਿਰ ਜਿਵੇਂ ਏ ਅਸੀਂ ਕੱਢਿਆ ਸੀ, ਆਹ ਸਾਡਾ ਸੀਗਾ ਨਾ ਰਿਲੇਸ਼ਨ, ਇਹਦੇ ਚ ਅਸੀਂ ਉਵੇਂ ਕੀ ਕਰਾਂਗੇ, ਸਿਗਮਾ 1 ਸਾਡਾ ਕਿੰਦੇ ਬਰਾਬਰ ਹੋ ਗਿਆ, ਇਕੱਲੇ ਸਿਗਮਾ ਦੇ। ਸਿਗਮਾ 2 ਕਿੰਦੇ ਬਰਾਬਰ ਹੋ ਗਿਆ, ਮਾਈਨਸ ਸਿਗਮਾ ਦੇ। ਤਾਂ ਉਹ ਵੈਲਿਊਜ਼ ਅਸੀਂ ਇੱਥੇ ਭਰ ਦਈਏ ਜੀ ਇਸ ਜਗ੍ਹਾ ਤੇ, ਤਾਂ ਕੀ ਆਨਸਰ ਆ ਜਾਊਗਾ? ਏ ਕਿੰਨਾ ਆ ਜਾਊਗਾ ਦੇਖੋ, ਮਾਈਨਸ ਸਿਗਮਾ 1 ਸੀਗਾ ਬਾਈ 2 ਐਪਸਾਈਲਨ ਨੋਟ ਨਾ, ਪਹਿਲੀ ਵੈਲਿਊ। ਤਾਂ ਮਾਈਨਸ ਸਿਗਮਾ 1 ਦੀ ਥਾਂ ਤੇ ਕੀ ਆ ਜਾਊਗਾ, ਇਕੱਲਾ ਸਿਗਮਾ ਬਾਈ 2 ਐਪਸਾਈਲਨ ਨੋਟ। ਦੂਜੀ ਵੈਲਿਊ ਅੱਗੇ ਫਿਰ ਮਾਈਨਸ, ਫਿਰ ਸਿਗਮਾ 2। ਸਿਗਮਾ 2 ਹੁਣ ਸਾਡਾ ਕਿੰਨਾ, ਮਾਈਨਸ ਸਿਗਮਾ ਦੇ ਬਰਾਬਰ ਹੈ ਸਿਗਮਾ 2, ਇਸ ਲਈ ਹੁਣ ਇੱਥੇ ਅਸੀਂ ਲਿਖਾਂਗੇ ਮਾਈਨਸ ਸਿਗਮਾ ਡਿਵਾਈਡ ਬਾਈ ਓਵੇਂ 2 ਐਪਸਾਈਲਨ ਨੋਟ। ਆ ਮਾਈਨਸ ਸਿਗਮਾ ਦੋਨੋਂ, ਦੋ ਮਾਈਨਸ ਕੀ ਹੋ ਜਾਣਗੇ, ਪਲੱਸ ਹੋ ਜਾਊਗਾ। ਜੇ ਆਪਾਂ ਇਹਨਾਂ ਦੋਵਾਂ ਨੂੰ ਮੈਂ ਹਟਾ ਦਿਆਂ ਤਾਂ ਇਹ ਪਲੱਸ ਹੋ ਗਿਆ। ਹੁਣ ਆਹ ਸਿਗਮਾ ਪਲੱਸ ਦਾ, ਆਹ ਸਿਗਮਾ ਮਾਈਨਸ ਦਾ, ਥੱਲੇ ਇਹਦੇ ਵੀ 2 ਐਪਸਾਈਲਨ ਨੋਟ, ਇਹਦੇ ਵੀ 2 ਐਪਸਾਈਲਨ ਨੋਟ, ਇਹ ਦੋਨੋਂ ਵੈਲਿਊਜ਼ ਇੱਕ ਦੂਜੇ ਨੂੰ ਕੈਂਸਲ ਹੋ ਗਈਆਂ, ਤਾਂ ਏ ਸਾਡਾ ਕਿੰਨਾ ਹੋ ਗਿਆ, 0 ਹੋ ਗਿਆ। ਇਹਦਾ ਮਤਲਬ ਰੀਜਨ ਏ ਵਿੱਚ ਇਲੈਕਟ੍ਰਿਕ ਫੀਲਡ ਕਿੰਨੀ ਲੱਗੂਗੀ, 0 ਲੱਗੂਗੀ। ਰੀਜਨ ਏ ਸਾਡਾ ਕਿਹੜਾ ਸੀ, ਆਹ ਵਾਲਾ ਇੱਧਰਲੇ ਪਾਸੇ। ਇੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਆਊਗੀ, ਹੁਣ 0 ਆਊਗੀ ਟੋਟਲ ਇਲੈਕਟ੍ਰਿਕ ਫੀਲਡ। ਜਦੋਂ ਆਹ ਕੇਸ ਹੋਵੇ ਵੀ ਇੱਥੇ ਪਲੱਸ ਸਿਗਮਾ ਤੇ ਇਹਦੀ ਮਾਈਨਸ ਸਿਗਮਾ ਹੋਵੇ ਇਲੈਕਟ੍ਰਿਕ ਸਰਫੇਸ ਚਾਰਜ ਡੈਂਸਿਟੀ, ਉਦੋਂ ਰੀਜਨ ਏ ਵਿੱਚ ਇਲੈਕਟ੍ਰਿਕ ਫੀਲਡ ਕਿੰਨੀ ਆ ਜਾਊਗੀ, 0 ਆ ਜਾਊਗੀ। ਵੀ ਇਸ ਪੂਰੀ ਜਗ੍ਹਾ ਵਿੱਚ ਕਿਤੇ ਵੀ ਟੋਟਲ ਇਲੈਕਟ੍ਰਿਕ ਫੀਲਡ 0 ਆਊਗੀ ਦੋਨਾਂ ਸ਼ੀਟਸ ਕਰਕੇ। ਐਵੇਂ ਜਿਹੜਾ ਸੀ ਸੀਗਾ, ਸੀ ਪੋਰਸ਼ਨ ਤੇ ਆ ਜਾਓ। ਸੀ ਰੀਜਨ ਵਿੱਚ ਸਾਡਾ ਆਹ ਰਿਜ਼ਲਟ ਆਇਆ ਸੀ ਨਾ, ਉਵੇਂ ਅਸੀਂ ਇੱਥੇ ਵੀ ਉਵੇਂ ਈ ਸੀ ਕੱਢਾਂਗੇ। ਪਹਿਲਾ ਸਿਗਮਾ 1 ਹੈ, ਸਿਗਮਾ 1 ਅਸੀਂ ਕਿੰਨਾ ਕੰਸੀਡਰ ਕੀਤਾ, ਇਕੱਲਾ ਸਿਗਮਾ ਬਾਈ 2 ਐਪਸਾਈਲਨ ਨੋਟ, ਪਲੱਸ ਦੂਜਾ ਸਾਡੇ ਕੋਲ ਇੱਥੇ ਸਿਗਮਾ 2। ਸਿਗਮਾ 2 ਅਸੀਂ ਕਿੰਨਾ ਕੰਸੀਡਰ ਕੀਤਾ ਹੋਇਆ, ਮਾਈਨਸ ਸਿਗਮਾ ਬਾਈ 2 ਐਪਸਾਈਲਨ ਨੋਟ। ਹੁਣ ਇਹ ਵੀ ਉਵੇਂ ਆ, ਮਾਈਨਸ ਸਿਗਮਾ ਬਾਈ 2 ਐਪਸਾਈਲਨ ਨੋਟ ਆ, ਪਲੱਸ ਸਿਗਮਾ, ਇਹ ਵੀ ਵੈਲਿਊਜ਼ ਕੈਂਸਲ, ਤੇ ਇਹਦਾ ਆਨਸਰ ਵੀ 0। ਇਹਦਾ ਮਤਲਬ ਰਾਈਟ ਸਾਈਡ ਤੇ ਬਿਲਕੁਲ ਇਸ ਜਗ੍ਹਾ ਤੇ ਵੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ 0 ਆ ਜਾਊਗੀ, ਜਦੋਂ ਆਹ ਕੇਸ ਹੈ, ਜਦੋਂ ਦੋਨਾਂ ਦੀ ਜਿਹੜੀ ਸਰਫੇਸ ਚਾਰਜ ਡੈਂਸਿਟੀ ਹੈ ਉਹ ਸਿਗਮਾ ਤੇ ਮਾਈਨਸ ਸਿਗਮਾ ਹੋਵੇ, ਉਦੋਂ। ਠੀਕ ਹੈ, ਮਤਲਬ ਜਿਹੜਾ ਰਾਈਟ ਸਾਈਡ ਵਾਲਾ ਪੂਰਾ ਪੋਰਸ਼ਨ ਹੈ ਉੱਥੇ ਵੀ ਇਲੈਕਟ੍ਰਿਕ ਫੀਲਡ 0, ਤੇ ਲੈਫਟ ਸਾਈਡ ਵਾਲੇ ਪੋਰਸ਼ਨ 'ਚ ਵੀ ਇਲੈਕਟ੍ਰਿਕ ਫੀਲਡ ਦੀ ਵੈਲਿਊ 0। ਹੁਣ ਰਹਿ ਗਿਆ ਵਿਚਕਾਰਲਾ ਪੋਰਸ਼ਨ ਆ ਵਾਲਾ, ਇਸ ਜਗ੍ਹਾ ਤੇ ਉਹ ਸਾਡਾ ਬੀ ਰੀਜਨ ਸੀ ਨਾ, ਅਸੀਂ ਬੀ ਵਾਲੇ 'ਚ ਰਿਜ਼ਲਟ ਭਰ ਦਿਆਂਗੇ, ਜਿਹੜਾ ਬੀ ਆਹ ਵਾਲਾ ਪੋਰਸ਼ਨ ਸੀਗਾ, ਆਹ ਰਿਜ਼ਲਟ ਕੱਢਿਆ। ਇੱਥੇ ਅਸੀਂ ਭਰੀਏ ਤਾਂ ਈ ਬੀ ਦੀ ਵੈਲਿਊ ਕਿੰਨੀ ਆ ਜੂਗੀ, ਦੇਖੋ ਈ ਬੀ ਕਿੰਨਾ ਆ ਜੂਗਾ, ਸਿਗਮਾ 1 ਦੀ ਥਾਂ ਤੇ ਅਸੀਂ ਕੀ ਭਰਨਾ, ਇਕੱਲਾ ਸਿਗਮਾ, ਸਿਗਮਾ ਬਾਈ 2 ਐਪਸਾਈਲਨ ਨੋਟ। ਮਾਈਨਸ ਹੈ ਨਾ ਇੱਥੇ ਸਾਡੇ ਕੋਲ ਫਾਰਮੂਲਾ 'ਚ ਮਾਈਨਸ, ਫਿਰ ਸਿਗਮਾ 2 ਬਾਈ 2 ਐਪਸਾਈਲਨ ਨੋਟ, ਸਿਗਮਾ 2 ਦੀ ਥਾਂ ਤੇ ਅਸੀਂ ਮਾਈਨਸ ਸਿਗਮਾ, ਠੀਕ ਹੈ, ਬਾਈ 2 ਐਪਸਾਈਲਨ ਨੋਟ। ਹੁਣ ਆਹ ਮਾਈਨਸ ਤੇ ਆਹ ਮਾਈਨਸ ਸਾਡਾ ਪਲੱਸ ਹੋ ਜਾਊਗਾ, ਆਹ ਮਾਈਨਸ ਤੇ ਆਹ ਮਾਈਨਸ ਕੀ ਹੋ ਜਾਊਗਾ, ਪਲੱਸ। ਇਹਨੂੰ ਮੈਂ ਪਲੱਸ ਕਰ ਦਿਆਂ। ਹੁਣ ਆਹ ਵੀ ਸਿਗਮਾ ਪਲੱਸ ਦਾ ਹੈ, ਆਹ ਵੀ ਪਲੱਸ ਦਾ ਹੈ, ਕਿੰਨਾ ਹੋ ਜਾਊਗਾ, ਦੋਨੋਂ ਨੂੰ ਆਪਾਂ ਐਡ ਕਰਾਂਗੇ ਤਾਂ ਆਨਸਰ ਕੀ ਆ ਜਾਊਗਾ, ਕੀ ਆਨਸਰ ਆ ਜਾਊਗਾ, 2 ਸਿਗਮਾ ਬਾਏ 2 ਐਪਸਾਈਲਨ ਨੋਟ। ਥੱਲੇ ਦਾ 2 ਹੈਗਾ ਹੀ ਸੀ ਨਾ ਆਲਰੇਡੀ, ਤਾਂ ਆਹ 2 ਸਾਡਾ ਕੈਂਸਲ ਹੋ ਜਾਊਗਾ, ਕੀ ਰਹਿ ਜਾਊਗਾ, ਇਕੱਲਾ ਸਿਗਮਾ ਬਾਏ ਐਪਸਾਈਲਨ ਨੋਟ। ਕੀ ਰਹਿ ਜਾਊਗਾ ਆਨਸਰ, ਸਿਗਮਾ ਬਾਏ ਐਪਸਾਈਲਨ। ਇਹ ਆ ਜਾਊਗਾ ਜਦੋਂ ਸਾਡਾ ਬੀ ਰੀਜਨ ਵਿੱਚ ਹੈ, ਈ ਬੀ। ਤਾਂ ਆਹ ਚੀਜ਼ ਅਸੀਂ ਇੱਥੇ ਲਿਖੀਏ, ਸਪੈਸ਼ਲ ਕੇਸ, ਈ ਏ ਦੀ ਵੈਲਿਊ 0, ਈ ਸੀ ਦੀ ਵੈਲਿਊ 0, ਈ ਬੀ ਦੀ ਵੈਲਿਊ ਕਿੰਨੀ ਆ ਗਈ, ਸਿਗਮਾ ਬਾਏ ਐਪਸਾਈਲਨ ਨੋਟ। ਠੀਕ ਹੈ ਜੀ, ਬੋਲੋ ਇੱਥੋਂ ਤੱਕ ਓਕੇ ਹੈ? ਕੋਈ ਇਸ਼ੂ ਕਿਸੇ ਨੂੰ, ਕੋਈ ਕਿਸੇ ਨੂੰ ਨਹੀਂ ਸਮਝ ਆਇਆ ਤਾਂ ਬੋਲੋ। ਬੀ ਰੀਜਨ, ਬੀ ਰੀਜਨ 'ਚ ਬੇਟਾ ਉਵੇਂ ਹੀ ਹੈ, ਜਦੋਂ ਆਪਾਂ ਪਹਿਲੇ ਕੇਸ ਨੂੰ ਉਵੇਂ ਆਮ ਕੰਸੀਡਰ ਕਰਦੇ ਪਏ ਹਾਂ। ਪਹਿਲੇ ਤਾਂ ਸਾਡੇ ਕੋਲ ਹੈ ਸਿਗਮਾ 1 ਚਾਰਜ ਡੈਂਸਿਟੀ, ਦੂਜੀ ਸ਼ੀਟ ਦੀ ਹੈ ਸਿਗਮਾ 2, ਇਹਦੀ ਇਲੈਕਟ੍ਰਿਕ ਫੀਲਡ ਹੈ ਪਹਿਲੇ ਦੀ E1, ਦੂਜੇ ਦੀ ਹੈ E2। ਠੀਕ ਹੈ, ਤਾਂ ਆਪਾਂ ਆਹ ਜਿਹੜਾ ਰੀਜਨ ਹੈ ਤੁਹਾਡਾ ਸੈਂਟਰ ਵਾਲਾ,
इनकी गल करते हैं एक बारी, ठीक है। तो इत्थे इस जगह ते दो इलैक्ट्रिक फील्ड लगणगियां, एक एस शीट की, एस शीट की इलैक्ट्रिक फील्ड इधरले पासे में आऊगी, क्योंकि इस जगह ते आह वाली शीट थोड़ी उन तो लैफ्ट साइड ते पई है, तो इलैक्ट्रिक फील्ड राइट साइड वाले पासे में ही आऊगी ना। तो इस शीट की इलैक्ट्रिक फील्ड जे इत्थे लैके आनी है तो वो लैफ्ट वाले पासे में ऐ नूं आऊगी। ਜਿਹੜੀ ਚੀਜ਼ ਇੱਧਰ ਨੂੰ ਆਣੀ ਹੈ ਉਹ ਨੈਗੇਟਿਵ ਹੈ, ਤਾਂ ਮਤਲਬ E2 ਤੁਹਾਡਾ ਇੱਥੇ ਕੀ ਆਊਗਾ ਮਾਈਨਸ ਨਾਲ, ਔਰ E1 ਤੁਹਾਡਾ ਇੱਥੇ ਕੀ ਆਊਗਾ ਪਲੱਸ ਨਾਲ। ਜਿਹੜਾ ਰਾਈਟ ਸਾਈਡ ਵਾਲੀ ਇਲੈਕਟ੍ਰਿਕ ਫੀਲਡ ਲੈਣੀ ਹੈ ਉਹ ਪੋਜ਼ਿਟਿਵ ਹਮੇਸ਼ਾ, ਜਿਹੜੀ ਇਲੈਕਟ੍ਰਿਕ ਫੀਲਡ ਤੁਸੀਂ ਲੈਫਟ ਵਾਲੇ ਪਾਸੇ ਨੂੰ ਕੰਸੀਡਰ ਕਰਨੀ ਹੈ ਉਹ ਹਮੇਸ਼ਾ ਨੈਗੇਟਿਵ ਲੈਣੀ ਹੈ। ਇਸ ਲਈ E1 ਪਲੱਸ ਦਾ ਤੇ E2 ਮਾਈਨਸ ਦਾ, ਇੱਥੇ ਦੇਖੋ ਜਿਹੜਾ ਰੀਜ਼ਨ ਆਪਾਂ B ਕੈਲਕੂਲੇਟ ਕਰੀ ਜਾਂਦੇ ਸੀ ਆਹ ਵਾਲਾ, ਉੱਥੇ ਆਪਾਂ E1 ਪਲੱਸ ਦਾ ਤੇ E2 ਮਾਈਨਸ ਦਾ ਕੰਸੀਡਰ ਕੀਤਾ। E1 E2 ਦੀ ਆਹੀ ਵੈਲਿਊ ਹੈ, ਹਮੇਸ਼ਾ ਆਹੀ ਲਾਣੀ ਤੁਸੀਂ ਬਸ। E1 ਕੀ ਹੈ ਸਿਗਮਾ 1 ਬਾਈ 2 ਐਪਸਾਈਲਨ ਨੋਟ, E2 ਸਾਡਾ ਸਿਗਮਾ 2 ਬਾਈ 2 ਐਪਸਾਈਲਨ ਨੋਟ, ਬਸ ਆ ਦੂਜਾ ਆਹ ਵਾਲਾ ਆਨਸਰ ਆ ਗਿਆ। ਤੇ ਇਹਦੇ 'ਚ ਜਦੋਂ ਸਪੈਸ਼ਲ ਕੇਸ ਲੈਣਾ ਹੈ ਤਾਂ ਪਹਿਲਾ ਜਿਹੜਾ ਹੈਗਾ ਸਿਗਮਾ 1 ਉਹਨੂੰ ਅਸੀਂ ਸਿਗਮਾ ਕੰਸੀਡਰ ਕੀਤਾ, ਆਹ ਚੀਜ਼ ਆਹ ਯਾਦ ਰੱਖਣਾ ਹੈ ਕਿ ਪਹਿਲਾ ਜਿਹੜਾ ਸਿਗਮਾ 1 ਉਹਨੂੰ ਸਿਗਮਾ ਤੇ ਦੂਜਾ ਸਿਗਮਾ 2 ਨੂੰ ਅਸੀਂ ਮਾਈਨਸ ਸਿਗਮਾ। ਤਾਂ ਬਸ ਇੱਥੇ ਤੁਸੀਂ ਜਿਹੜਾ ਆਹ ਵਾਲਾ ਹੈ ਨਾ ਬੀ ਰੀਜਨ ਵਿੱਚ, ਫਿਰ ਮੈਂ ਸੀ ਵਾਲਾ ਰੱਦ ਕਰ ਦਿੰਦਾ, ਠੀਕ ਹੈ। ਹੁਣ ਜੇ ਆਪਾਂ ਇਹਦੇ ਹਿਸਾਬ ਨਾਲ ਚੱਲੀਏ, ਚਲੋ ਮੈਂ ਦੁਬਾਰਾ ਹੀ ਦੱਸ ਦਿੰਦਾ ਤੁਹਾਨੂੰ ਲਿਖ ਕੇ। ਜੇ ਆਪਾਂ ਇਹਦੇ ਹਿਸਾਬ ਨਾਲ ਦੁਬਾਰਾ ਦੇਖ ਲਈਏ ਵੀ ਬੀ ਰੀਜਨ ਵਿੱਚ ਸਪੈਸ਼ਲ ਕੇਸ ਕੱਢਣਾ ਹੈ ਤਾਂ ਈ ਬੀ ਦੀ ਵੈਲਿਊ ਤੁਸੀਂ ਲਿਖੋਗੇ ਇੱਥੇ, ਈ ਬੀ ਕੱਢੋਗੇ, ਉਹ ਆਹ ਵਾਲਾ ਆਪਣਾ ਆਹ ਫਾਰਮੂਲਾ ਹੈ। ਸਿਗਮਾ 1 ਦੀ ਥਾਂ ਤੇ ਅਸੀਂ ਕਿੰਨਾ ਭਰਨਾ ਹੈ, ਕੱਲਾ ਸਿਗਮਾ, ਮਤਲਬ ਪਲੱਸ ਸਿਗਮਾ। ਸਿਗਮਾ 2 ਦੀ ਥਾਂ ਤੇ ਕਿੰਨਾ ਭਰਨਾ, ਮਾਈਨਸ ਸਿਗਮਾ, ਬਸ ਇੱਥੇ ਭਰ ਦਿਓ। ਪਹਿਲੀ ਵਾਰੀ ਕੱਲਾ ਸਿਗਮਾ ਬਾਈ 2 ਐਪਸਾਈਲਨ ਨੋਟ, ਅੱਗੇ ਸਾਡੇ ਕੋਲ ਆਲਰੇਡੀ ਆ ਮਾਈਨਸ ਸਾਈਨ ਹੈਗਾ, ਜੋ ਫਾਰਮੂਲਾ 'ਚ ਹੈ ਮਾਈਨਸ ਸਾਈਨ ਹੈਗਾ ਨਾ, ਉਹੀ ਤੁਸੀਂ ਉੱਥੇ ਲਗਾਉਣਾ ਹੈ। ਅਸੀਂ ਲਿਖਾਂਗੇ ਮਾਈਨਸ, ਦੂਜੀ ਵੈਲਿਊ ਸਾਡੇ ਕੋਲ ਹੈ ਸਿਗਮਾ 2, ਹੁਣ ਸਿਗਮਾ 2 ਦੀ ਜਗ੍ਹਾ ਤੇ ਮਾਈਨਸ ਸਿਗਮਾ ਲਿਖਣਾ ਹੈ, ਕਿਉਂਕਿ ਸਿਗਮਾ 2 ਦੀ ਵੈਲਿਊ ਮਾਈਨਸ ਸਿਗਮਾ ਅਸੀਂ ਇੱਥੇ ਲਈ ਹੋਈ ਹੈ, ਬਾਈ ਓਨਲੀ 2 ਐਪਸਾਈਲਨ ਨੋਟ। ਹੁਣ ਆਹ ਮਾਈਨਸ ਤੇ ਆਹ ਮਾਈਨਸ, ਦੋ ਮਾਈਨਸ ਹੋ ਗਏ, ਦੋਨੋਂ ਪਲੱਸ ਹੋ ਜਾਣਗੇ। ਇਹਨਾਂ ਦੋਨਾਂ ਨੂੰ ਹਟਾ ਦਈਏ ਜੇ ਇਸ ਮਾਈਨਸ ਨੂੰ ਵੀ, ਤਾਂ ਇੱਥੇ ਅਸੀਂ ਕੀ ਕਰ ਦਾਂਗੇ, ਇਹਨੂੰ ਪਲੱਸ ਕਰ ਸਕਦੇ ਹਾਂ, ਕਿਉਂਕਿ ਦੋ ਮਾਈਨਸ ਸੀਗੇ। ਹੁਣ ਆ ਵੀ ਸਿਗਮਾ ਬਾਈ 2 ਐਪਸਾਈਲਨ ਨੋਟ, ਆ ਵੀ ਸਿਗਮਾ ਬਾਈ 2 ਐਪਸਾਈਲਨ ਨੋਟ, ਦੋਨੋਂ ਦੋ ਚੀਜ਼ਾਂ ਹੋਣ, ਦੋਨੋਂ ਜੁੜ ਜਾਣ, x ਪਲੱਸ x 2x ਹੋ ਜਾਂਦਾ। ਉਵੇਂ ਇਹ ਦੋਨੋਂ ਵੈਲਿਊਜ਼ ਨੂੰ ਆਪਾਂ ਐਂ ਲਿਖ ਸਕਦੇ ਹਾਂ ਵੀ ਜਿਹੜੀ ਵੀ ਵੈਲਿਊ ਹੈ ਆਹ ਵਾਲੀ ਵੈਲਿਊ ਵੀ ਸੇਮ ਹੈ, ਆਹ ਵਾਲੀ ਵੈਲਿਊ ਵੀ ਸੇਮ ਹੈ, ਤਾਂ ਇਹ 2 ਇੰਟੂ ਜਿੰਨੀ ਵੀ ਵੈਲਿਊ ਆ ਗਈ, ਕੀ ਵੈਲਿਊ ਸੀ ਸਿਗਮਾ ਬਾਈ 2 ਐਪਸਾਈਲਨ ਨੋਟ, ਇਹ ਆਨਸਰ ਆ ਗਿਆ। ਆ 2 ਥੱਲੇ ਵੀ ਸੀਗਾ ਉੱਤੇ ਵੀ ਸੀ, ਕੈਂਸਲ ਹੋ ਗਿਆ। ਮਤਲਬ ਈ ਬੀ ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲ, ਕੱਲਾ ਸਿਗਮਾ ਬਾਈ ਐਪਸਾਈਲਨ ਨੋਟ ਇਹ ਰਹਿ ਗਈ। ਦਿਸ ਇਜ਼ ਵੈਨ ਦਾ ਕੇਸ ਇਜ਼ ਸਪੈਸ਼ਲ, ਜਦੋਂ ਆਪਾਂ ਸਪੈਸ਼ਲ ਕੇਸ ਦੀ ਗੱਲ ਕਰਦੇ ਹਾਂ ਤਾਂ ਉਹ ਆ ਤੁਹਾਡਾ ਰਿਜ਼ਲਟ ਆਉਂਦਾ ਪਿਆ, ਇਹ ਆ ਵਾਲਾ, ਠੀਕ ਹੈ। ਈ ਏ ਆਪਣਾ ਆਪਾਂ ਨੂੰ ਪਤਾ ਹੀ 0 ਆ ਗਿਆ ਸੀ, ਈ ਸੀ ਵੀ 0 ਆ ਗਿਆ ਸੀ, ਵੀ ਸੀ ਪਾਰਟ ਵਿੱਚ ਵੀ ਸਾਡੀ ਟੋਟਲ ਇਲੈਕਟ੍ਰਿਕ ਫੀਲਡ 0 ਆ ਗਈ ਸੀ, ਏ ਪਾਰਟ ਵਿੱਚ ਵੀ 0 ਆ ਗਈ ਸੀ। ਇਨ ਦਾ ਸਪੈਸ਼ਲ ਕੇਸ ਸਾਡਾ ਆਹੀ ਹੈ ਵੀ ਸਿਗਮਾ 1 ਸਾਡਾ ਕਿੰਨਾ ਹੈ, ਪਲੱਸ ਸਿਗਮਾ, ਸਿਗਮਾ 2 ਸਾਡਾ ਕਿੰਨਾ ਹੈ, ਮਾਈਨਸ ਸਿਗਮਾ, ਠੀਕ ਹੈ। ਤਾਂ ਉਦੋਂ ਐਦਾਂ ਹੁੰਦਾ ਹੈ। ਹਾਂਜੀ ਓਕੇ ਹੈ। ਇਹ ਨੋਟਸ, ਹਾਂਜੀ ਜੀ ਥੀਸ ਨੋਟਸ ਆਰ ਅਵੇਲੇਬਲ, ਠੀਕ ਹੈ। ਜਿਹੜਾ ਆਪਣਾ ਸੈਕਸ਼ਨ ਹੈ ਤੁਹਾਡਾ ਇਸ ਐਪ ਦੇ ਅੰਡਰ ਹੀ ਸਟੱਡੀ ਮਟੀਰੀਅਲ, ਉੱਥੇ ਨੋਟਸ ਅਵੇਲੇਬਲ ਹੈ। ਇਹਨੂੰ ਧਿਆਨ ਨਾਲ ਪੜ੍ਹਨਾ, ਪੜ੍ਹ ਕੇ ਇਹ ਸਮਝ ਕੇ ਇਹਨੂੰ ਤੁਸੀਂ ਲਰਨ ਕਰਨ ਤੋਂ ਬਾਅਦ ਧਿਆਨ ਨਾਲ ਲਿਖਣਾ ਕਾਪੀ ਦੇ ਉੱਤੇ, ਲਿਖਿਆ ਜ਼ਰੂਰ ਕਰੋ, ਠੀਕ ਹੈ। ਮੈਂ ਉਹਨਾਂ ਨੂੰ ਸਕਰੀਨ ਇੱਕ ਵਾਰੀ ਸ਼ੇਅਰਿੰਗ ਹਟਾ ਰਿਹਾ। ਹੁਣ ਦੱਸੋ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਲੱਗ ਰਹੀ ਹੈ? ਹਾਂਜੀ ਅੱਜ ਵਾਲਾ ਟੌਪਿਕ ਸਮਝ ਆ ਗਿਆ? ਉਹ ਕਿੰਦੀ ਸਕਰੀਨ ਤੇ ਨਹੀਂ, ਹਾਂਜੀ ਕਿੰਦੀ ਸਕਰੀਨ ਤੇ ਨਜ਼ਰ ਨਹੀਂ ਆ ਰਿਹਾ ਸੀ, ਬੋਲੋ ਹੁਣ। ਹੈਗੇ ਆ, ਕਿੰਦੀ ਸਕਰੀਨ ਨਹੀਂ ਚੱਲ ਰਹੀ?
ਗੁਰਲੀਨ ਦੀ ਕਿਉਂ ਹੁਣ ਚੱਲਦਾ ਕਿ ਨਹੀਂ? ਚਲ ਥੋੜਾ ਧਿਆਨ ਨਾਲ ਬੇਟਾ ਕੰਮ ਕੁਮ ਕਰਿਆ ਕਰੋ ਅੱਛਾ ਸਾਰੇ ਜਣੇ। ਤੇ ਇੱਕ ਪ੍ਰੈਜ਼ੈਂਸ that is must, ਕਿਉਂਕਿ ਦੇਖੋ ਜੇ ਕਲਾਸ ਲਾਵਾਂਗੇ ਚਲੋ ਜੇ 100% ਨਹੀਂ ਸਮਝ ਆਉਂਦਾ ਤਾਂ ਕੋਈ 80% 70% 60% ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਆਪਾਂ ਸੁਣਿਆ ਹੋਇਆ ਨਾ ਤੁਸੀਂ ਕਦੇ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਵੀ 20% ਵੀ ਸਮਝ ਆ ਜੇ ਤਾਂ ਵੀ ਬਹੁਤ ਹੈ। ਠੀਕ ਹੈ, ਜ਼ੀਰੋ ਨਾਲੋਂ ਤਾਂ ਫਿਰ ਵੀ ਬਹੁਤ ਹੈ ਨਾ। ਜੇ ਆਪਾਂ ਕਲਾਸ ਲਗਾਉਂਦੇ ਨਹੀਂ ਵੀ ਆਰ ਐਟ ਜ਼ੀਰੋ, ਜੇ ਲਗਾ ਰਹੇ ਹਾਂ 10% ਸਮਝ ਆ ਗਿਆ ਈਵਨ ਦੈਨ ਵੀ ਆਰ ਇਨ ਪੋਜ਼ਿਟਿਵ ਪੋਰਸ਼ਨ ਹੈ ਨਾ। ਆਪਾਂ 10% ਵੀ ਸਮਝ ਲਿਆ ਤਾਂ ਵੀ ਇਹਦਾ ਮਤਲਬ ਆਪਾਂ ਕੁਝ ਤਾਂ ਸਿੱਖਿਆ। ਓਕੇ ਚਲੋ ਐਨੀ ਹਾਓ ਹੋਰ ਦੱਸੋ ਕੁਝ ਐਨੀਥਿੰਗ ਐਲਸ ਇਫ ਯੂ ਵਿਸ਼ ਟੂ ਸ਼ੇਅਰ। ਓਕੇ ਸਭ ਨੂੰ ਸਮਝ ਆ ਗਿਆ। ਓਕੇ ਚਲੋ ਠੀਕ ਹੈ ਬੇਟਾ। ਇਹ ਆਪਾਂ ਫਿਰ ਇਹਦੇ ਬਾਰੇ ਇਹ ਵਾਲਾ ਟੌਪਿਕ ਤੁਸੀਂ ਕਰੋਗੇ। ਇੱਕ ਟੌਪਿਕ ਇਹਦੇ 'ਚ ਹੋਰ ਹੈ ਫਿਰ ਇਹ ਵਾਲਾ ਚੈਪਟਰ ਵੀ ਤੁਹਾਡਾ ਓਵਰ ਹੈ। ਉਹ ਆਪਾਂ ਮੰਡੇ ਨੂੰ ਕਰਾਂਗੇ ਡਿਸਕਸ। ਠੀਕ ਹੈ ਨੈਕਸਟ ਤਾਂ ਉਹ ਸਫੈਰੀਕਲ ਸ਼ੈਲ ਆਪਾਂ ਲਵਾਂਗੇ ਉਹਦੇ ਤੋਂ। ਉਹ ਵੀ ਨੋਟਸ ਤੁਹਾਡੇ ਕੋਲ ਹੈਗਾ ਉਹਨੂੰ ਵੀ ਥੋੜਾ ਰੀਡਿੰਗ ਤੁਸੀਂ ਕਰ ਸਕਦੇ ਹੋ। ਠੀਕ ਹੈ